ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ ਸ੍ਰੀ ਗੁਰ ਰਾਮਦਾਸ ਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨ ਨਾਨਕ ਕੇ ਨਾਸ਼ਕ ਜੀ ਬਿਗਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਸਾਹੋ ਸਨਾਨ ਪ੍ਰਭਾਤ ਕਰ ਪੋਸ਼ਿਸ਼ ਪਹਿਰ ਨਵੀਨ ਵਿਖਨ ਚੱਲਿਓ ਚਿਤਵੰਤ ਚਿਤ ਦਰਸੋਂ ਗੁਰੂ ਪ੍ਰਬੀਨ ਸਾਹੋ ਸਨਾਨ ਪ੍ਰਭਾਤ ਕਰ ਪੋਸ਼ਿਸ਼ ਪਹਿਰ ਨਵੀਨ ਵਿਖਨ ਚੱਲਿਓ ਚਿਤਵੰਤ ਚਿਤ ਦਰਸੋ ਗੁਰੂ ਪ੍ਰਬੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਦਇਆ ਨਿਧ ਕਿਰਪਾ ਦੇ ਖਜ਼ਾਨੇ ਹਾਜ਼ਰਾ ਹਜੂਰ ਜਾਹਰਾ ਜਹੂਰ ਲੋਕ ਅਰ ਪਰਲੋਕ ਦੇ ਰੱਖਿਅਕ ਸ਼ਾਹੀ ਸ਼ਹਿਨਸ਼ਾਹ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅਰ ਪਵਿੱਤਰ ਸੁੰਦਰ ਸਜ ਰਹੇ ਦੀਵਾਨ ਅੰਦਰ ਹਾਜ਼ਰੇ ਭਰ ਕਰਕੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਸਤਿਗੁਰੂ ਦੇ ਦਰਸ਼ਨ ਪਰਸਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ ਸਤਿਗੁਰਾਂ ਦੇ ਪਵਿੱਤਰ ਚਰਨ ਪਰਸਦਿਆਂ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਆਪ ਸਭ ਸੰਗਤਾਂ ਮਾਣ ਕਰਕੇ ਨਿਤਾ ਪ੍ਰਤੀ ਭਾਰੀ ਲਾਹਾ ਪ੍ਰਾਪਤ ਕਰਦੇ ਹੋ। ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਰਵਣ ਦਰਸ਼ਨ ਸਰੂਪ ਦੇ ਆਪਾਂ
ਮਹਾਰਾਜ ਦੀ ਸਿਫਤ ਸਲਾਘਾ ਸੁਣ ਕਰ ਸਮੇਂ ਨੂੰ ਸੁਭਾਗ ਬਣਾਉਂਦੇ ਹਾਂ। ਹਜ਼ੂਰ ਦੇ ਪਵਿੱਤਰ ਜੀਵਨ ਦੀ ਅੰਮ੍ਰਿਤ ਰੂਪ ਕਥਾ ਜਥਾ ਸਾਧ ਸੰਗਤ ਜੀ ਆਪ ਜੀਆਂ ਸਰਵਣ ਪਿੱਛੇ ਪ੍ਰਸੰਗ ਕੀਤਾ ਹੈ ਕਿ ਗਰੀਬ ਨਵਾਜ ਦਿੱਲੀ ਨੂੰ ਅਥਵਾ ਸਮੁੱਚੇ ਵਿਸ਼ਵ ਨੂੰ ਤਾਰਦਿਆਂ ਹੋਇਆਂ ਸਿੱਖਾਂ ਨੂੰ ਖੁਸ਼ੀਆਂ ਖੇੜੇ ਸਦ ਖੁਸ਼ੀਆਂ ਸਦ ਚਾਉ ਦੀ ਦਾਤ ਬਖਸ਼ਦੇ ਰਹੇ। ਹਜ਼ੂਰ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਸਤਿਗੁਰਾਂ ਚਰਨ ਪਾਇਆ ਦਿੱਲੀ ਨਗਰੀ ਅੰਦਰ, ਤੋ ਮਹਾਰਾਜ ਦੇ ਚਰਨ ਪੈਣ ਕਾਰਨ ਦਿੱਲੀ ਸਮੁੱਚੇ ਨਗਰ ਦੇ ਵਿੱਚੋਂ ਠਾਂਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ। ਸਮੁੱਚੇ ਦੁੱਖ ਰੋਗ ਵਿਘਨ ਨਾਸ਼ ਹੋਏ ਸਨਗੇ। ਆਪ ਜੀ ਨੇ ਬੜੀ ਮਿਹਰ ਕੀਤੀ ਹੈ। ਜਿਵੇਂ ਚੇਚਕ ਦਾ ਰੋਗ ਸਾਧ ਸੰਗਤ ਜੀ ਉਨੀ ਦਿਨੀ ਬਹੁਤ ਫੈਲਿਆ ਹੋਇਆ ਸੀ ਦਿੱਲੀ ਅੰਦਰ, ਉਸ ਤਰ੍ਹਾਂ ਗਿਆਨੀ ਗਿਆਨ ਸਿੰਘ ਜੀ ਤਵਾਰੀਖ ਗੁਰੂ ਖਾਲਸਾ ਵਿੱਚ ਹੈਜੇ ਦਾ ਜ਼ਿਕਰ ਕਰਦੇ ਹੈ। ਤੁਰੋ ਵਿਚਾਰ ਛੂਤ ਦੇ ਭਿਆਨਕ ਰੋਗ ਸਨ, ਜਿਨ੍ਹਾਂ ਤੋਂ ਸਾਰਾ ਦਿੱਲੀ ਨਗਰ ਵਿਆਕੁਲ ਹੈ ਸੀ। ਤੋ ਰਾਜਾ ਜੈ ਸਿੰਘ ਦੀ ਬੇਨਤੀ ਪ੍ਰਵਾਨ ਕਰਕੇ ਮਹਾਰਾਜ ਇੱਥੇ ਪਹੁੰਚੇ। ਜੈ ਸਿੰਘ ਰਾਜੇ ਦੇ ਗ੍ਰਹਿ ਵਿਖੇ ਮਹਾਰਾਜ ਜੀਆਂ ਰਹਿਣਾ ਕੀਤਾ ਹੈ ਸੀ। ਤੋ ਉੱਥੇ ਸਾਧ ਸੰਗਤ ਜੀ ਦੁੱਖ ਰੋਗ ਨਾਲ ਭਰੇ ਰੋਗੀ ਘੋੜੀ ਮਹਾਰਾਜ ਦੇ ਦਰ ਪਹੁੰਚਦੇ, ਦਰਸ਼ਨ ਕਰਦੇ। ਜਿਹੜਾ ਵੀ ਮਹਾਰਾਜ ਦੇ ਚਰਣਾ ਅੰਮ੍ਰਿਤ ਨੂੰ ਲੈਂਦਾ ਛਕਦਾ, ਉਹ ਨਦਰੋਂ ਨਦਰ ਨਿਹਾਲ ਹੁੰਦਾ। ਵੇਖ ਕੇ ਐਸੀ ਕਲਾ ਸਭ ਪਾਸੇ ਸਤਿਗੁਰਾਂ ਦੀ ਭਾਰੀ ਸੋਭਾ ਕੀਰਤ ਵਡਿਆਈ ਹੋਣ ਲੱਗੀ। ਜਿਹੜੇ ਪੰਜੋਖਰਾ ਸਾਹਿਬ ਵਾਲੇ ਭਾਈ ਗੁਰਬਖਸ਼ ਮੱਲ ਜੀ ਸਨ, ਜਦੋਂ ਸੰਗਤਾਂ ਰੋਜ਼ ਕਤਾਰਾਂ ਵਿੱਚ ਲੱਗੀਆਂ ਰਹਿਣਾ ਤਾਂ ਮਹਾਰਾਜ ਸੱਚੇ ਪਾਤਸ਼ਾਹ, ਕਿਉਂ ਰਾਤ ਹੈ, ਬਰਾਜਣ ਦਾ ਸਮਾਂ ਵੀ ਹੁੰਦਾ, ਪਰ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਕਿਉਂ ਦੁਖੀ ਜੋ ਹੋਈਆਂ, ਡੁੱਬਦੇ ਨੂੰ ਤਿਨਕੇ ਦਾ ਸਹਾਰਾ ਹੁੰਦਾ। ਸਤਿਗੁਰਾਂ ਦੇ ਚਰਨ ਪਰਸਨ ਵਾਸਤੇ ਰਾਤ ਨੂੰ ਵੀ ਖੜੇ ਰਹਿੰਦੇ ਸਨ ਸਿੱਖ। ਫਿਰ ਮਹਾਰਾਜ ਦੇ ਚਰਨ ਧੋ ਕੇ ਚਰਨ ਅੰਮ੍ਰਿਤ ਤਿਆਰ ਕਰ ਇੱਕ ਛੋਟੇ ਜਿਹੇ ਬੱਚੇ ਵਿੱਚ ਪਾ ਦਿੱਤਾ ਜਾਂਦਾ। ਉੱਥੋਂ ਸੰਗਤਾਂ ਫਿਰ ਮਹਾਰਾਜ ਦੀ ਚਰਨ ਅੰਮ੍ਰਿਤ ਪੌਲ ਲੈ ਲੈ ਕੇ ਜਿਹੜਾ ਰੋਗੀ ਛਕਦਾ ਉਹ 9/9 ਹੁੰਦਾ। ਜਦੋਂ ਆਪ ਜੀ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ 'ਤੇ ਦਿੱਲੀ ਜਾਂਦੇ ਹੋ, ਉੱਥੇ ਉਹ ਬਣਿਆ ਹੋਇਆ ਪਾਵਨ ਸਥਾਨ ਜਿੱਥੇ ਚਰਨਾ ਅੰਮ੍ਰਿਤ, ਅੱਜ ਵੀ ਸੰਗਤਾਂ ਉਹਨੂੰ ਅੰਮ੍ਰਿਤ ਕੁੰਡ ਕਹਿੰਦੇ ਹੈ ਦਿੱਲੀ ਵਿਖੇ ਮਹਾਰਾਜ ਦੇ ਸਥਾਨਾਂ 'ਤੇ। ਇਹ ਭਾਈ ਗੁਰਬਖਸ਼ ਜੀਆਂ ਨੇ ਫਿਰ ਮਹਾਰਾਜ ਦੇ ਚਰਨਾਂ ਦਾ ਅੰਮ੍ਰਿਤ ਤਿਆਰ ਕਰਕੇ ਛੋਟੇ ਜਿਹੇ ਬੱਚੇ ਵਿੱਚ ਪਾ ਛੱਡਣਾ, ਉੱਥੋਂ ਸੰਗਤਾਂ ਛਕਦੇ ਰਹਿਣਾ। ਦਿਨ ਪੁ ਰਾਤ ਕਤਾਰਾਂ ਲੱਗੀਆਂ ਰਹਿਣੀਆਂ। ਇੱਦਾਂ ਸਮਾਂ ਲੰਘਦਾ ਗਿਆ ਅਤੇ ਮਹਾਰਾਜ ਨੇ ਕਲਾ ਵਰਤਾਉਂਦਿਆਂ ਜੋ ਸਰੀਰ ਦੇ ਉੱਪਰ ਚੇਚਕ ਦੇ ਰੋਗ ਚਿੰਨ੍ਹ ਉਹ ਪ੍ਰਤੱਖ ਪ੍ਰਗਟ ਦਿਸਣ ਲੱਗੇ। ਚੇਤਰ ਸੁਦੀ 5ਵੀਂ ਨੂੰ ਮਹਾਰਾਜ ਜੀ ਰਾਜੇ ਜੈ ਸਿੰਘ ਦਾ ਬੰਗਲਾ ਛੱਡ ਕੇ ਯਮੁਨਾ ਦੇ ਕੰਢੇ ਬਾਰ-ਬਾਰ ਜਾ ਸਥਾਨ ਕੀਤਾ ਅਤੇ ਤਕਰੀਬਨ 10ਵੀਂ ਥਿੱਤ ਨੂੰ ਮਹਾਰਾਜ ਦੇ ਸਰੀਰ ਉੱਪਰ ਭਾਰੀ ਚੇਚਕ ਦੇ ਨਿਸ਼ਾਨ, ਛੋਟੇ ਵੱਡੇ ਜ਼ਖਮ, ਫੋੜੇ ਆਦਿਕ ਜੇ ਉਹ ਦਿਸਣੇ ਆਰੰਭ ਹੋਏ। ਤੋ ਇੱਦਾਂ ਪਿੱਛੇ ਜਿਵੇਂ ਆਪਾਂ ਪਿਛਲੇ ਦੀ ਬਾਣ 'ਚ ਕਥਾ ਸਰਵਣ ਕੀਤੀ, ਤੋ 14ਵੀਂ ਥਿੱਤ ਹੋ ਚੁੱਕੀ ਹੈ। ਚੇਤਰ ਸੁਦੀ 14 ਪੁੰਨਿਆਂ ਤੋਂ ਇੱਕ ਦਿਨ ਬਾਕੀ ਰਹਿੰਦਾ ਸੀ। ਸਤਿਗੁਰਾਂ ਨੇ ਤੰਬੂ ਵਿਖੇ ਸੁੰਦਰ ਫਰਸ਼ ਕਰਵਾਏ,
ਆਖਰੀ ਦਰਸ਼ਨ ਸੰਗਤਾਂ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤੇ ਹਨਗੇ। ਤੇ ਉਹ ਸਾਰੀ ਸੰਗਤ ਨੇ ਜਦੋਂ ਬੇਨਤਾ ਕੀਤਾ ਵੀ ਮਹਾਰਾਜ ਸਤਿਗੁਰੂ ਬਾਝਹੁ ਗੁਰ ਨਹੀਂ ਕੋਈ, ਨਗੁਰੇ ਕਾਹੇ ਨਾਉ ਬੁਰਾ। ਮਹਾਰਾਜ ਪੂਰੇ ਗੁਰੂ ਤੋਂ ਬਿਨਾ ਕੌਣ ਰਖਵਾਲਾ। ਜੇ ਆਪ ਜੀ ਸੱਚਖੰਡ ਚਲੇ ਗਏ ਤੇ ਪਿੱਛੋਂ ਸਿੱਖ ਕਿਹਨੂੰ ਨਮਸਕਾਰਾਂ ਕਰਨ। ਆਪ ਜੀ ਕਿਰਪਾ ਕਰੋ, ਸਾਨੂੰ ਲੜ ਲਾ ਕੇ ਜਾਓ। ਮਹਾਰਾਜ ਨੇ 5 ਪੈਸੇ ਨਾਰੀਅਲ ਮੰਗਵਾ ਆਪਦੇ ਤਖਤ ਦੇ ਉੱਪਰ ਰੱਖ ਤੇ ਇੱਦਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਧਿਆਨ ਚ ਲਿਆ। ਚਾਹੇ ਮੁੱਖੋਂ ਨਹੀਂ ਮਹਾਰਾਜ ਬੋਲੇ, ਪਰ ਕਰਮਾਂ 3 ਕੀਤੀਆਂ। ਮੱਥਾ ਟੇਕ ਬਚਨ ਆਖਿਆ, ਬਾਬਾ ਬਸਹਿ ਬੀਚ ਬਕਾਲੇ, ਆਪਣੀ ਸੰਗਤ ਆਪ ਸੰਭਾਲੇ। ਇਹ ਬਚਨ ਕਹੇ ਸੰਗਤਾਂ ਨਦਰੋਂ ਨਦਰ ਨਿਹਾਲ ਹੋਈਆਂ ਮਹਾਰਾਜ ਦੇ ਬਚਨ ਸੁਣ ਕਰਕੇ। ਫਿਰ ਸਤਿਗੁਰੂ ਜਦੋਂ ਸਮਾਉਣ ਲੱਗੇ, ਅੱਧੀ ਰਾਤ ਹੋ ਚੁੱਕੀ ਹੈ 14 ਥਿਤ ਦੀ, ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਮਾਤਾ ਕ੍ਰਿਸ਼ਨ ਕੌਰ ਜੀਆਂ ਬੇਨਤੀ ਕੀਤੀ ਕਿ ਪੁੱਤਰ ਜੀ, ਬੇਸ਼ੱਕ ਸੰਸਾਰ ਨੂੰ ਆਪ ਜੀਆਂ ਤੇ ਸਾਨੂੰ ਵੀ ਧੀਰਜ ਦਾ ਉਪਦੇਸ਼ ਦਿੱਤਾ ਹੈ, ਪਰ ਆਪ ਜੀ ਨੂੰ ਪਾਲਿਆ ਪੋਸਿਆ ਹੈ। ਹਰੇਕ ਮਾਂ ਦੀ ਇੱਛਾ ਹੁੰਦੀ ਉਹਦੇ ਪੁੱਤਰ ਜਵਾਨੀਆਂ ਮਾਨਣ, ਨੂੰਹ ਦਾ ਮੁੱਖ ਵੇਖੇ, ਅੱਗੇ ਜਿਹੜੇ ਹੈ ਉਹ ਸੰਤਾਨ ਪੈਦਾ ਹੋਵੇ। ਤੋ ਅਸੀਂ ਆਪ ਜੀ ਨੂੰ ਪਾਲ ਕੇ, ਹੁਣ 7 ਵਰ੍ਹਿਆਂ ਦੇ ਆਪ ਜੀ ਦੀ ਉਮਰ ਹੈ, ਚਲੋ ਇਹ ਦੱਸ ਦਿਓ ਵੀ ਮਾਂ ਤੁਹਾਡੇ ਤੋਂ ਬਾਅਦ ਕਿਹਦੇ ਆਸਰੇ ਦਿਨ ਕੱਟੇ। ਤੁਹਾਨੂੰ ਵੇਖ ਵੇਖ ਕੇ ਦਿਨ ਕੱਢੇ ਆਪ ਜੀ ਦੇ ਪਿਤਾ ਸਤਿਗੁਰੂ ਹਰਿਰਾਏ ਸਾਹਿਬ ਜੀ। ਚਲੋ ਪਰ ਜੋਬਨ ਹੈ ਸੀ ਮਹਾਰਾਜ ਦਾ ਸਮਾਂ ਜਦੋਂ ਪਾਤਸ਼ਾਹ ਜੀ ਗਏ, ਫਿਰ ਵੀ ਅਸੀਂ ਉਹਨਾਂ ਦਾ ਸਰੂਪ ਤੁਹਾਡੇ ਚੋਂ ਤੱਕਦੇ ਰਹੇ, ਕਿਉਂ ਗੁਰਤਾ ਆਪ ਜੀ ਨੂੰ ਬਖਸ਼ ਕੇ ਗਏ। ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਹੁਣ ਮਹਾਰਾਜ ਜੀ ਆਪ ਜੀ ਜਦੋਂ ਸੱਚਖੰਡ ਚਾਲਾ ਪਾ ਜਾਓਗੇ ਤੇ ਅਸੀਂ ਕਿਹਦੇ ਆਸਰੇ ਦਿਨ ਕੱਢਾਂਗੇ। ਮਹਾਰਾਜ ਨੇ ਫਿਰ ਬਚਨ ਕਹੇ ਕਿ ਮਾਤਾ, ਇਸ ਸੰਸਾਰ ਦੀ ਵਿਧੀ ਐਸੀ ਹੈ, ਇਹ ਚੱਲਦਾ ਹੈ ਸਾਰਾ, ਜੋ ਉਪਜਿਓ ਸੋ ਬਿਨਸ ਹੈ। ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ। ਸਭ ਦੀ ਵਾਰੀ ਜਿਵੇਂ ਜਿਵੇਂ ਆਉਂਦੀ, ਸਭ ਨੂੰ ਇੱਥੋਂ ਜਾਣਾ ਪੈਂਦਾ ਹੈ। ਇਹਨੇ ਬਚਨ ਕਹਿ ਕੇ ਮਾਤਾ ਜੀ ਨੂੰ ਬ੍ਰਹਮ ਗਿਆਨ ਦੀ ਦਾਤ ਸਤਿਗੁਰਾਂ ਬਖਸ਼ਿਸ਼ ਕੀਤੀ, ਚਿੱਤ ਅਡੋਲ ਹੋਇਆ। ਫਿਰ ਚੇਤਰ ਸੁਦੀ 14 ਦੀ ਇਹ ਸਾਰੀ ਵਾਰਤਾ, 1 ਘੜੀ ਅੱਧੀ ਰਾਤ ਤੋਂ ਉੱਪਰ ਹੋ ਚੁੱਕੀ। ਸੂਦੇ ਅਰਥਾਂ ਵਿੱਚ 12:30 ਦੇ ਲਗਭਗ ਸਮਾਂ ਤੇ ਪੁੰਨਿਆ ਵਾਲਾ ਦਿਨ ਚੜ੍ਹ ਚੁੱਕਾ ਹੈ ਸੀ, ਕਿਉਂ ਰਾਤ 12 ਤੋਂ ਬਾਅਦ ਬਦਲ ਜਾਂਦਾ ਹੈ ਦਿਨ ਥਿਤਵਾਰ। ਤੋ ਤੀਜਾ ਪਹਿਰ 1 ਘੜੀ ਜਾਂ 2 ਪਹਿਰ 1 ਘੜੀ ਉੱਪਰ ਦਿਨ ਲੰਘਿਆ। ਰਾਤ ਲੰਘੀ 2 ਪਹਿਰ ਤੇ 1 ਘੜੀ ਉੱਪਰ ਬਾਲਾ ਪ੍ਰੀਤਮ ਮਹਾਰਾਜ ਨੇ ਸਰੀਰ ਸਹਿਜੇ ਤਿਆਗਿਆ। ਸੰਗਤਾਂ ਦੇ ਅੰਦਰ ਬਹੁਤ ਭਾਰੀ ਵੈਰਾਗ ਜਿਹੜਾ ਹੈ ਉਹ ਉਤਪੰਨ ਹੋਇਆ। ਤੋ ਰਾਜਾ ਜੈ ਸਿੰਘ ਵੀ ਸੁਧ ਸੁਣ ਕੇ ਮਹਾਰਾਜ ਦੇ ਦਰਸ਼ਨ ਕਰਨ ਪਹੁੰਚਾ ਹੈ। ਔਰੰਗਜ਼ੇਬ ਦੀ ਇੱਛਾ ਸੀ ਵੀ ਮਹਾਰਾਜ ਨੇ ਆਪਣੀ ਪ੍ਰਤੱਗਿਆ ਨਿਭਾਉਂਦਿਆਂ ਸਾਨੂੰ ਦਰਸ਼ਨ ਨਹੀਂ ਦਿੱਤੇ, ਮੱਥੇ ਨਹੀਂ ਲਾਇਆ, ਤੇ ਸਰੀਰ ਛੱਡਣ ਤੇ ਅਸੀਂ ਮੱਥੇ ਲੱਗੀਏ, ਸਰੂਪ ਵੇਖੀਏ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਕੈਸਾ ਹੈ। ਇਹਨੇ ਪਹਿਲਾਂ ਹੀ ਸੂਈਏ ਖਬਰਦਾਰ ਕਰਕੇ ਮਹਾਰਾਜ ਦੇ ਤੰਬੂਆਂ ਦੇ ਲਾਗੇ ਲਾਗੇ ਠੱਲੇ ਸਨ ਰਾਜੇ ਜੈ ਸਿੰਘ ਦੇ ਰਾਹੀਂ ਵੀ ਜਦੋਂ ਸਤਿਗੁਰੂ ਸੱਚਖੰਡ ਚਾਲਾ ਮਾਰਨ ਸਾਨੂੰ ਖਬਰ ਕਰੋ। ਅੱਧੀ ਰਾਤ ਤੋਂ ਬਾਅਦ ਔਰੰਗਜ਼ੇਬ ਨੂੰ ਖਬਰ ਵੀ ਹੋਈ। ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਸੰਸਕਾਰ ਕਰਨ ਵਾਸਤੇ ਤਿਆਰੀ ਕਰਨ ਲੱਗੀਆਂ। ਚੰਦਨ ਆਦਿਕ ਤਿਲ ਜੌਂ ਸੋਹਣੇ ਫੁੱਲ ਮਹਾਰਾਜ ਵਾਸਤੇ ਕੇਸਰ ਆਦਿਕ ਲੈ ਲੈ ਕੇ ਸੰਗਤਾਂ ਪਹੁੰਚ ਰਹੀਆਂ ਹਨ। ਦਿਨ ਚੜ੍ਹਿਆ ਤੇ ਦਿੱਲੀ ਦੀ ਸੰਗਤ ਘਰ ਘਰ ਖਬਰ ਹੋਈ। ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਬੇਅੰਤ ਸੰਗਤਾਂ ਸਤਿਗੁਰੂ ਦੇ ਦਰ ਘਰ ਪਹੁੰਚੀਆਂ। ਇਸ ਤਰ੍ਹਾਂ ਦੇ ਪ੍ਰਸੰਗ ਆਪਾਂ ਖਾਲਸਾ ਜੀ ਕੱਲ੍ਹ ਸਰਵਣ ਕੀਤੇ। ਜਿਵੇਂ ਫਿਰ ਔਰੰਗਜ਼ੇਬ ਨੇ ਮਹਾਰਾਜ ਦੇ ਦਰਸ਼ਨ ਕਰਨ ਦੀ ਉਹ ਅੱਗੇ ਵੱਧ ਕੇ ਜਿਵੇਂ ਇੱਛਾ ਜ਼ਾਹਰ ਕੀਤੀ
ਤੇ ਮਨ 'ਚ ਸ਼ੰਕਾ ਧਾਰਿਆ ਵੀ ਵੇਖੋ, ਕਹਿੰਦੇ ਅਸੀਂ ਆਪਦਾ ਪ੍ਰਤੱਗਿਆ ਪੂਰੀ ਕਰਾਂਗੇ, ਹੁਣ ਪ੍ਰਤੱਗਿਆ ਕਿੱਧਰ ਗਈ। ਉਹ ਜਿਵੇਂ ਫਿਰ ਮਹਾਰਾਜ ਨੇ ਇੱਦਾਂ ਹੀ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮਹਿ ਰਹਾ ਸਮਾਏ, ਸਤਿਗੁਰਾਂ ਜੋ ਕਲਾ ਵਰਤਾਈ। ਔਰੰਗਜ਼ੇਬ ਜਿਵੇਂ ਮਹਾਰਾਜ ਦੇ ਉੱਥੋਂ ਪੰਡਾਲ 'ਚੋਂ ਨੱਸਿਆ, ਸ਼ਰਮਿੰਦਾ ਹੋਇਆ। ਐਸੇ ਪ੍ਰਸੰਗ ਸਰਵਣ ਕਰੀਏ ਜੀ। ਬਾਲਾ ਪ੍ਰੀਤਮ ਸਤਿਗੁਰਾਂ ਨੂੰ ਹਿਰਦੇ ਵਿੱਚ ਵਸਾਉਂਦੀ ਹੋਈ ਸਾਧ ਸੰਗਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ਼ਾਹੋ ਇਸ਼ਨਾਨ ਪ੍ਰਭਾਤ ਕਰ। ਇੱਧਰ ਜਦੋਂ ਖਬਰ ਹੋਈ ਔਰੰਗਜ਼ੇਬ ਬਾਦਸ਼ਾਹ ਨੂੰ ਵੀ ਮਹਾਰਾਜ ਸੱਚਖੰਡ ਚਾਲਾ ਮਾਰ ਗਏ ਹੈ, ਅੰਮ੍ਰਿਤ ਵੇਲਾ ਹੋਇਆ, ਦਿਨ ਚੜ੍ਹਿਆ, ਔਰੰਗਜ਼ੇਬ ਨੇ ਇਸ਼ਨਾਨ ਕੀਤਾ ਹੈ ਕੋਸ਼ਿਸ਼ ਪਹਿਰ ਨਵੀਨ। ਤੇ ਨਵਾਂ ਪੋਸ਼ਾਕਾ ਜਿਹੜਾ ਹੈ ਲਿਬਾਸ ਪਹਿਨਣਾ ਕੀਤਾ ਹੈ। ਵਿਖਨ ਚਲਿਓ ਚਿਤਵੰਤ ਚਿਤ। ਚਿੱਤ ਵਿੱਚ ਚਿਤਵਨੀ ਧਾਰ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਰੂਪ ਦੇ ਦਰਸ਼ਨ ਕਰੇ ਚਾਹੁੰਦਾ ਹੈ। ਦਰਸੋਂ ਗੁਰੂ ਪ੍ਰਬੀਨ। ਸੁਗੜ ਸਰੂਪ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪਾਵਨ ਪਵਿੱਤਰ ਸਰੂਪ ਦੇ ਮੈਂ ਦਰਸ਼ਨ ਕਰਾਂ, ਐਸੀ ਮਨ ਵਿੱਚ ਨਿੱਛਾ ਧਾਰੀ ਹੈ। ਚੌਪਈ ਜੀਅਤ ਮੇਰਾ ਨਹਿ ਮੋਹ ਸੰਗ ਕਰਿਓ। ਮਨ 'ਚ ਵਿਚਾਰਦਾ ਹੈ ਔਰੰਗਜ਼ੇਬ ਵੀ, ਜਿੰਨਾ ਸਮਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਉਂਦੇ ਰਹੇ, ਇਹਨਾਂ ਜਿਉਂਦੇ ਜੀ ਮੇਰੇ ਨਾਲ ਮੇਲ ਨਹੀਂ ਕੀਤਾ, ਮੇਰੇ ਮੱਥੇ ਨਹੀਂ ਲੱਗੇ, ਦਰਸ਼ਨ ਨਹੀਂ ਬਖਸ਼ੇ ਸਨ। ਕਹਿ ਬਹੁ ਰਹਿਓ ਅਧਿਕ ਹੱਠ ਧਰਿਓ। ਮੈਂ ਬੜੀ ਵਾਰੀ ਬੇਨਤੀ ਭੇਜੇ ਸਨ, ਪਰ ਬੜਾ ਇਹਨਾਂ ਨੇ ਹੱਠ ਕੀਤਾ ਹੋਇਆ ਸੀ। ਤਬ ਸਰੂਪ ਮੈਂ ਦੇਖੋ ਜਾਈ। ਤੇ ਚਲੋ ਹੋਣੀ ਸਹੀ, ਚਾਹੇ ਸਰੀਰ ਤਾਂ ਉਹੀ ਹੈ, ਸਰੂਪ ਹੀ ਵੇਖਣਾ। ਹੁਣ ਮੈਨੂੰ ਸਰੂਪ ਦਰਸ਼ਨ ਹੋ ਜਾਣਗੇ। ਅਜਮਤ ਹੈ ਕਿ ਨਹੀਂ ਬਿਧ ਕਾਈ। ਨਾਲੇ ਪਤਾ ਲੱਗ ਜਾਏਗਾ ਵੀ ਉਹਨਾਂ ਵਿੱਚ ਅਜਮਤ ਸ਼ਕਤੀ ਹੈ ਵੀ ਕਿ ਨਹੀਂ ਸ਼ਕਤੀ ਹੈ, ਵੀ ਹੁਣ ਵੀ ਤਾਂ ਸਰੂਪ ਦੇ ਦਰਸ਼ਨ ਮੈਂ ਕਰ ਹੀ ਲੈਣੇ, ਜੇ ਉਦੋਂ ਨਹੀਂ ਦਰਸ਼ਨ ਹੋਏ ਤੇ ਹੁਣ ਮੈਂ ਕਰ ਚੱਲਿਆ ਹਾਂ। ਏਵ ਵਿਚਾਰਤ ਤੂਰਨ ਆਇਓ। ਏਦਾਂ ਵਿਚਾਰ ਕਰਦਾ ਔਰੰਗਜ਼ੇਬ ਹੰਕਾਰ ਮਨ ਵਿੱਚ ਧਾਰ ਕੇ ਬੜੀ ਛੇਤੀ ਨਾਲ ਪਹੁੰਚਿਆ ਹੈ। ਭੀੜ ਸੈਂਕੜੇ ਨਰ ਕੀ ਲਿਆਇਓ। ਤੇ ਮਗਰ ਇਹਦੇ ਬੜੀਆਂ ਫੌਜਾਂ, ਕਿਉਂ ਬਾਦਸ਼ਾਹ ਹੈ ਹਿੰਦੁਸਤਾਨ ਦਾ, ਬਹੁਤ ਫੌਜਾਂ ਇਹਦੇ ਮਗਰ, ਭਾਰੀ ਮਨੁੱਖਾਂ ਦੀ ਭੀੜ ਲੱਗੀ ਹੈ। ਹੀਰਨ ਹੇਤ ਹਜ਼ਾਰ ਹੋ ਆਵੈ। ਬਾਕੀ ਜਿਹੜੇ ਕੋ ਹੁੰਦੇ ਨਾਲ ਦੇ ਸਰਕਾਰੀ ਮਨੁੱਖ, ਅਮੀਰ ਵਜ਼ੀਰ, ਉਹਨਾਂ ਦੇ ਮਨ 'ਚ ਵੀ ਇੱਛਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਵੇਖਣ ਦੀ, ਦਰਸ਼ਨ ਕਰਨ ਦੀ। ਉਹ ਵੀ ਇੱਛਾ ਰੱਖ ਕੇ ਬੜੇ ਲੋਕ ਔਰੰਗਜ਼ੇਬ ਦੇ ਨਾਲ ਭੀੜ ਧਾਰ ਕੇ ਆਏ ਹਨ। ਛਾਹੋ ਪਿਛਾਰੀ ਚੱਲ ਉਤਲਾਵੈ। ਅੱਗੇ ਅੱਗੇ ਬਾਦਸ਼ਾਹ ਆਉਂਦਾ ਹੈ, ਪਿੱਛੇ ਪਿੱਛੇ ਔਰੰਗਜ਼ੇਬ ਦੇ ਬਹੁਤ ਭੀੜ ਮਨੁੱਖਾਂ ਦੀ ਆ ਰਹੀ ਹੈ। ਆਏ ਪੌੜ ਪਰ ਉਤਰਿਓ ਤਬ ਹੂੰ। ਮਹਾਰਾਜ ਦੇ ਦਰਵਾਜ਼ੇ ਤੇ ਆ ਕੇ ਇਹਨੇ ਉਤਾਰਾ ਕੀਤਾ ਹੈ। ਦੇਖਤ ਉਠੇ ਆਦ ਨਿਰਪ ਸਭ ਹੂੰ। ਤੇ ਜੈ ਸਿੰਘ ਬੈਠਾ ਹੀ ਸੀ ਇੱਥੇ ਪਹਿਲਾਂ ਹੀ ਮਹਾਰਾਜ ਦੇ, ਇੱਥੇ ਸਤਿਗੁਰਾਂ ਦੇ ਸਰੂਪ ਦੇ ਬਾਹਰ ਤੰਬੂ ਦੇ। ਜਦੋਂ ਔਰੰਗਜ਼ੇਬ ਆਇਆ ਤੇ ਰਾਜੇ ਜੈ ਸਿੰਘ ਤੋਂ ਇਲਾਵਾ ਹੋਰ ਬੜੇ ਬੜੇ ਜਿਹੜੇ ਕੋਈ ਸਤਿਕਾਰ ਕਰਨ ਵਾਲੇ ਸਨ ਔਰੰਗਜ਼ੇਬ ਦਾ, ਉਹ ਸਾਰੇ ਖੜੇ ਹੋ ਗਏ ਹਨ। ਨਮਰ ਹੋਏ ਸਨਮਾਨ ਕਰਨ ਤੇ। ਜੈ ਸਿੰਘ ਰਾਜੇ ਵਰਗਿਆਂ ਬੜੀ ਨਿਮਰਤਾ ਸਹਿਤ ਨਿਭ ਕੇ ਔਰੰਗਜ਼ੇਬ ਨੂੰ ਸਲਾਮ ਕੀਤੀ ਹੈ। ਭਈ ਭੀੜ ਬਹੁ ਕੋ ਹਟਕਨ ਤੇ। ਬੜੀ ਭੀੜ ਹੋ ਗਈ, ਕਿਉਂ ਬਾਦਸ਼ਾਹ ਜਦੋਂ ਆਇਆ ਹੋਰ ਵੀ ਪਾਸਿਓਂ ਲੋਕ ਬਹੁਤ ਆ ਗਏ ਤੇ ਭੀੜ ਬਹੁਤ ਹੀ ਹੋ ਰਹੀ ਹੈ। ਔਰੰਗਜ਼ੇਬ ਦੇ ਵੀ ਦਾਲੇ ਤੇ ਅੱਗੋਂ ਅੱਗੋਂ ਔਰੰਗਜ਼ੇਬ ਦੇ ਲੰਘਣ ਵਾਸਤੇ ਰਸਤਾ ਸਾਫ਼ ਕੀਤਾ ਜਾ ਰਿਹਾ ਹੈ। ਸੰਗਤਾਂ ਨੂੰ ਥੋੜਾ ਪਾਸੇ ਆਸੇ ਕੀਤਾ ਜਾ ਰਿਹਾ ਹੈ। ਜੈ ਸਿੰਘ ਸੰਗ ਬੂਝ ਬਿਰਤੰਤਾ। ਇਧਰ ਜੈ ਸਿੰਘ ਰਾਜਾ ਜਦੋਂ ਔਰੰਗਜ਼ੇਬ ਨੂੰ ਮਿਲਿਆ ਤਾਂ ਬਾਦਸ਼ਾਹ ਨੇ ਇਹ ਜੈ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ। ਜੈ ਸਿੰਘ ਨੂੰ ਪੁੱਛਣਾ ਕੀਤਾ ਹੈ। ਅੰਤਰ ਬਰਿਓ ਪਿਖਨ ਉਮਕੰਤਾ। ਉਹ ਜੈ ਸਿੰਘ ਨੇ ਫਿਰ ਸਾਰੀ ਗੱਲਬਾਤ ਔਰੰਗਜ਼ੇਬ ਨੂੰ ਦੱਸੀ ਵੀ ਇਦਾਂ ਮਹਾਰਾਜ ਸੱਚਖੰਡ ਚਾਲਾ ਪਾ ਗਏ, ਇੰਨਾ ਕੁ ਸਮਾਂ ਸੀ ਤੇ ਹੁਣ ਅੰਦਰ ਕੌਣ ਕੌਣ ਹੈ ਉਹ ਵੀ ਦੱਸ ਦਿੱਤਾ ਜੈ ਸਿੰਘ ਨੇ, ਵੀ ਸੰਗਤਾਂ ਬਾਹਰ ਹੀ ਹੈ, ਅੰਦਰ ਮਾਤਾ ਜੀ ਹੈ ਤੇ 2-4 ਸਿੱਖ ਹਨਗੇ। ਇਹ ਸੁਣ ਕੇ ਔਰੰਗਜ਼ੇਬ ਤੰਬੂ ਵਿੱਚ ਵੜਨ ਦੀ ਜਿਹੜੀ ਹੈ ਮਨ ਵਿੱਚ ਇੱਛਾ ਜ਼ਾਹਰ ਕੀਤੀ ਹੈ ਤੇ ਮਹਾਰਾਜ ਦੇ ਤੰਬੂ ਵੱਲ ਨੂੰ ਵਧਿਆ ਹੈ। ਰਿਜੇ ਮਨੋਰਥ ਕੋ ਇਮ ਕਰਿਓ। ਤੰਬੂ ਵੱਲ ਤੁਰਿਆ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸਰੂਪ ਦੇ ਨਾਲ। ਬਾਦਸ਼ਾਹ ਮਨ ਵਿੱਚ ਤਰਕ ਕਰਦਾ ਹੈ ਜੀ, ਨਹਿ ਮਿਲਬੇ ਕੋ ਹੱਠ ਬਹੁ ਧਰਿਓ। ਮੈਂ ਮਿਲਣ ਦੀ ਬੜੀ ਇੱਛਾ ਕੀਤੀ ਇਹਨਾਂ ਨੂੰ,
ਪਰ ਇਹ ਮੈਨੂੰ ਮਿਲੇ ਨਾ ਅਜ ਤੱਕ, ਦਰਸ਼ਨ ਨਹੀਂ ਮੈਨੂੰ ਬਖਸ਼ੇ ਇਹਨਾਂ ਨੇ, ਮੈਨੂੰ ਸਰੂਪ ਹੀ ਨਹੀਂ ਵਿਖਾਇਆ ਆਪਦਾ ਕਿਹੋ ਜਿਹਾ ਹੈ। ਤੋ ਬੜਾ ਇਹਨਾਂ ਨੇ ਹੱਠ ਧਾਰ ਕੇ ਰੱਖਿਆ ਸੀ। ਸਿਖਿਆ ਦੀਨਸ ਵੱਡੇ ਹਮਾਰੇ। ਜੇ ਇਹਨਾਂ ਨੂੰ ਕਹਿੰਦੇ ਸੀ ਵੀ ਕਿਉਂ ਨਹੀਂ ਦਰਸ਼ਨ ਦੇਣੇ ਬਾਦਸ਼ਾਹ ਨੂੰ ਮੈਨੂੰ, ਤਾਂ ਇਹੀ ਸੁਣਾਉਂਦੇ ਸੀ ਰਾਜੇ ਜੈ ਸਿੰਘ ਵਰਗਿਆਂ ਨੂੰ ਵੀ ਸਾਨੂੰ ਸਾਡੇ ਵੱਡੇ ਵਡੇਰੇ ਭਾਵ ਗੁਰੂ ਹਰਿ ਰਾਏ ਸਾਹਿਬ ਸਤਿਗੁਰੂ ਪਿਤਾ ਜੀ ਨੇ ਇਹ ਆਗਿਆ ਕੀਤੀ ਹੋਈ ਹੈ। ਸੋ ਹਮ ਨੇਮ ਨਿਭਾਹਿਓ ਸਾਰੇ। ਵੀ ਔਰੰਗਜ਼ੇਬ ਤੁਰਕ ਦਾ ਨਾ ਦਰਸ਼ਨ ਲੈਣਾ ਨਾ ਇਹਨੂੰ ਦਰਸ਼ਨ ਦੇਣਾ, ਤੇ ਇਹੀ ਅਸੀਂ ਨੇਮ ਨਿਭਾਵਾਂਗੇ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇਦਾਂ ਕਹਿੰਦੇ ਸਨ ਤੇ ਸਾਨੂੰ ਦਰਸ਼ਨ ਦੇਣ ਤੋਂ ਟਾਲਾ ਕਰ ਦਿੰਦੇ ਸੀ। ਜੀਵਤ ਜਾਵਤ ਤਾਵਤ ਰਹਿਓ। ਜਿੰਨਾ ਸਮਾਂ ਜਿਉਂਦੇ ਰਹੇ ਚਲੋ ਉਹਨਾਂ ਸਮਾਂ ਇਹਨਾਂ ਨੇ ਆਪਦਾ ਪਰਨ ਪੂਰਾ ਪ੍ਰਤੱਗਿਆ ਪੂਰੀ ਕੀਤੀ ਹੈ। ਅਬ ਸੋ ਮਿਟੈ ਦਰਸ ਕੋ ਲਹਿਓ। ਚਲੋ ਜਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਿਟ ਗਏ ਹੈ, ਉਵੇਂ ਇਹਨਾਂ ਦੀ ਪ੍ਰਤੱਗਿਆ ਵੀ ਮਿਟ ਗਈ ਹੈ। ਤੇ ਹੁਣ ਮੈਂ ਇਹਨਾਂ ਦੇ ਦਰਸ਼ਨ ਕਰ ਲਵਾਂਗਾ। ਵੀ ਜਿਉਂਦੇ ਸੀ ਤੇ ਪ੍ਰਤੱਗਿਆ ਸੀ, ਹੁਣ ਨਹੀਂ ਰਹੇ, ਜਿੱਧਰ ਆਪ ਗਏ ਉਧਰ ਪ੍ਰਤੱਗਿਆ ਚਲੀ ਗਈ ਹੋਵੇਗੀ। ਕਿਸ ਉਪਾਏ ਤੇ ਨੇਮ ਨ ਰਹੈ। ਹੁਣ ਕਿਸੇ ਉਪਾਅ ਨਾਲ ਇਹਨਾਂ ਦਾ ਨੇਮ ਤਾਣਾ ਨਾ ਰਿਹਾ। ਵੀ ਨਾ ਮਨ ਚ ਸੋਚਦਾ ਔਰੰਗਜ਼ੇਬ ਵੀ ਪ੍ਰਤੱਗਿਆ ਕੀਤੀ ਸੀ ਵੀ ਮੈਂ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ, ਲੈ ਹੁਣ ਮੈਂ ਦਰਸ਼ਨ ਕਰ ਹੀ ਲੈਣ ਲੱਗਿਆ। ਤੇ ਹੁਣ ਕਿਸੇ ਤਰੀਕੇ ਨਾਲ ਇਹਨਾਂ ਦਾ ਨੇਮ ਪ੍ਰਤੱਗਿਆ ਪੂਰੀ ਤਾਂ ਨਹੀਂ ਰਹਿਣ ਦਿੱਤੀ ਮੈਂ। ਪਿਤਾ ਸੀਖ ਕੋ ਜਿਸ ਵਿਧ ਕਹੈ। ਜਿਹੜੀ ਪਿਤਾ ਗੁਰੂ ਹਰਿ ਰਾਏ ਸਾਹਿਬ ਦੀ ਸਿੱਖਿਆ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੁਣਾਉਂਦੇ ਸਨ ਵੀ ਅਸੀਂ ਨਹੀਂ ਇਹਦੇ ਦਰਸ਼ਨ ਕਰਨੇ, ਨਾ ਦੇਣੇ ਆ ਨਾ ਲੈਣੇ ਦਰਸ਼ਨ ਇਹਨੂੰ ਔਰੰਗਜ਼ੇਬ ਨੂੰ, ਤੋ ਫਿਰ ਵੀ ਹੁਣ ਮੈਂ ਦਰਸ਼ਨ ਕਰ ਲੈਣ ਲੱਗਿਆ। ਇਹਨਾਂ ਦੀ ਪ੍ਰਤੱਗਿਆ ਨਹੀਂ ਪੂਰੀ ਨਿਭੀ ਹੈ। ਚਾਹੇ ਸਰੀਰ ਤੋਂ ਦਰਸ਼ਨ ਤਾਂ ਦਰਸ਼ਨ ਹੀ ਹੈ, ਚਾਹੇ ਸਰੂਪ ਦੇ ਹੀ ਸਹੀ, ਤੋ ਇਹਨਾਂ ਦੀ ਪ੍ਰਤੱਗਿਆ ਮੈਂ ਪੂਰੀ ਨਹੀਂ ਹੋਣ ਦਿੱਤੀ ਹੈ। ਕਿਆ ਅਜਮਤ ਕੋ ਕਰਹਿ ਦਿਖਾਵਨ। ਤੇ ਹੁਣ ਕੀ ਭਲਾ ਕਰਾਮਾਤ ਵਿਖਾ ਲੈਣਗੇ। ਅੱਗੇ ਤਾਂ ਕੋਈ ਜਿਉਂਦੇ ਜੀ ਜੇ ਮੈਂ ਧੱਕੇ ਨਾਲ ਦਰਸ਼ਨ ਕਰਦਾ ਤੇ ਕਰਾਮਾਤ ਇਹਨਾਂ ਕੋ ਵਿਖਾ ਕੇ ਮੈਨੂੰ ਦਰਸ਼ਨ ਤੋਂ ਰੋਕ ਦੇ ਸਕਦੇ ਸਨ, ਪਰ ਹੁਣ ਸਰੀਰ ਹੀ ਹੈ ਇਕੱਲਾ, ਸਰੂਪ ਇਹਨਾਂ ਦਾ ਜੋਤ ਛੁਪ ਚੁੱਕੀ ਹੈ। ਤੇ ਹੁਣ ਕੀ ਹੋ ਜਾਏਗਾ ਭਲਾ, ਹੁਣ ਮੇਰੇ ਨੂੰ ਥੋੜਾ ਰੋਕ ਲੈਣਗੇ। ਹੁਣ ਕਿਹੜੀ ਮੈਨੂੰ ਕਰਾਮਾਤ ਵਿਖਾ ਕੇ ਤੇ ਦਰਸ਼ਨ ਦੇਣ ਤੋਂ ਰੋਕ ਸਕਦੇ ਹਨ। ਦੇਖ ਲਿਓ ਮੈਂ ਦਰਸ਼ਨ ਪਾਵਨ। ਹੁਣ ਮੈਂ ਮਹਾਰਾਜ ਦਾ ਪਵਿੱਤਰ ਦਰਸ਼ਨ ਵੇਖ ਹੀ ਲੈਣਾ ਤੇ ਇਹਨਾਂ ਦੀ ਪ੍ਰਤੱਗਿਆ ਤੋੜ ਦੇਣੀ ਹੈ। ਇਮ ਚਿਤਵਤ ਸਭ ਲੋਕ ਹਟਾਏ। ਇਦਾਂ ਚਿਤਵਦਾ ਔਰੰਗਾ ਗਾਂਹ ਵਧਿਆ ਮਹਾਰਾਜ ਦੇ ਤੰਬੂ ਵੱਲ ਨੂੰ, ਸਤਿਗੁਰਾਂ ਦੇ ਸਰੂਪ ਦੇ ਦਰਸ਼ਨ ਕਰਨ ਵਾਸਤੇ। ਅੱਗੋਂ ਜਿਹੜੇ ਸਿੱਖ ਖੜੇ ਸਨ ਤੰਬੂਆਂ ਦੇ, ਉਹ ਸਭ ਨੂੰ ਪਾਸੇ ਕੀਤਾ ਗਿਆ ਹੈ। ਏਕਲ ਪ੍ਰਵਿਸ਼ਿਓ ਅੰਤਰ ਜਾਏ। ਬਾਕੀ ਸਾਰੇ ਬਾਹਰ ਖੜੇ ਹੈ ਤੇ ਰਾਜਾ ਜੈ ਸਿੰਘ ਵੀ ਬਾਹਰ ਹੈ। ਔਰੰਗਜ਼ੇਬ ਇਕੱਲਾ ਹੀ ਤੰਬੂ ਦੇ ਵਿੱਚ ਜਾ ਪਹੁੰਚਿਆ, ਅੰਦਰ ਪ੍ਰਵੇਸ਼ ਕੀਤਾ ਹੈ। ਬਾਤ ਆਦ ਦਾਸੀ ਗਨ ਦਾਸ। ਮਾਤਾ ਜੀ ਕ੍ਰਿਸ਼ਨ ਕੌਰ ਜੀ ਖੜੇ ਸਨ, ਕੁਝ ਸਿੱਖ ਸਨ ਤੇ ਕੁਝ ਮਾਈਆਂ ਮਾਤਾ ਜੀ ਦੀਆਂ ਦਾਸੀਆਂ ਉਹ ਨਾਲ ਨਾਲ ਖੜੀਆਂ ਹੋਈਆਂ ਸਨ ਸਾਰੇ ਹੀ। ਤਤ ਸਿਨ ਪ੍ਰਵਿਸ਼ੇ ਅਪਰ ਆਵਾਸ। ਜਦੋਂ ਔਰੰਗਜ਼ੇਬ ਵੜਿਆ ਤੰਬੂ ਵਿੱਚ ਤੇ ਮਾਤਾਵਾਂ ਤੇ ਦਾਸੀਆਂ ਜੋ ਸਨ, ਭਾਵ ਜਿੰਨੀਆਂ ਮਾਈਆਂ ਸਨ, ਉਹ ਸਾਰੀਆਂ ਉੱਥੋਂ ਉੱਠ ਕੇ ਤੇ ਨਾਲ ਦੇ ਤੰਬੂ ਵਿੱਚ ਪਾ ਪਰਾਂ ਪਰਦੇ ਵਿੱਚ ਚਲ ਗਈਆਂ ਹਨ। ਖੜੋ ਰਹਿਓ ਇੱਕ ਸੇਵਕ ਤੀਰ। ਤੇ ਇੱਕ ਹੋਰ ਸਿੱਖ ਵੀ ਚਲ ਗਏ ਤੇ ਕੱਲਾ ਇੱਕ ਸੇਵਕ ਜਿਹੜਾ ਸੀ ਨਾ ਮਹਾਰਾਜ ਦਾ ਹਜ਼ੂਰੀ ਟਹਿਲੀਆ, ਉਹ ਸਿੱਖ ਕੱਲਾ ਹੀ ਮਹਾਰਾਜ ਦੇ ਸਰੂਪ ਕੋਲ ਖੜਾ ਹੋਇਆ ਤੇ ਇੱਕ ਔਰੰਗਾ ਖੜਾ ਹੋਇਆ ਹੈ। ਤੂਛਨ ਤਜਤ ਬਿਲੋਚਨ ਨੀਰ। ਚੁੱਪਚਾਪ ਸਿੱਖ ਖੜਾ ਤੇ ਰੋਈ ਜਾਂਦਾ, ਖੜਾ ਤੇ ਮੁਖ ਥੱਲੇ ਕੀਤਾ ਹੋਇਆ ਤੇ ਮਹਾਰਾਜ ਦੇ ਸਰੂਪ ਨੂੰ ਵੇਂਦਾ ਹੈ, ਦਰਸ਼ਨ ਕਰਦਾ ਹੈ। ਤੇ ਮਹਾਰਾਜ ਪੜਦੇ 'ਚ ਸਾਰਾ ਸਰੂਪ ਮਹਾਰਾਜ ਪਾਤਸ਼ਾਹ ਦਾ ਉਹ ਕੱਪੜੇ ਨਾਲ ਢਕਿਆ ਹੋਇਆ। ਉਹ ਸਿੱਖ ਸੇਵਕ ਮਹਾਰਾਜ ਦੇ ਵੱਲ ਸਰੂਪ ਵੱਲ ਵੇਂਦਾ ਹੈ, ਨੇਤਰ ਨੀਵੇਂ ਜੇ ਕੀਤੇ ਹੈ ਤੇ ਅੱਖਾਂ ਦੇ ਵਿੱਚੋਂ ਪਾਣੀ ਕੇਰਦਾ ਹੈ। ਨਹੀਂ ਹਟਾਏ ਸਕਹਿ ਤਬ ਕੋਏ। ਇੱਧਰ ਹੁਣ ਔਰੰਗਜ਼ੇਬ ਤੰਬੂ 'ਚ ਜਾ ਵੜਿਆ। ਕਿੰਨੇ ਹਟਾਉਣਾ ਸੀ ਬਾਦਸ਼ਾਹ ਹਿੰਦੁਸਤਾਨ ਦਾ, ਫਿਰ ਦਿੱਲੀ ਰਾਜਧਾਨੀ, ਉੱਥੇ ਹੀ ਤਾਂ ਮਹਾਰਾਜ ਆਏ ਹੋਏ ਆ। ਕਿਸੇ ਨੇ ਹੀਆ ਨਹੀਂ ਕੀਤਾ ਰੰਗੇ ਨੂੰ ਰੋਕਣ ਦਾ। ਤੁਰਕੇਸ਼ਰ ਦਿੱਲੀ ਪਤ ਜੋਏ। ਕਿਉਂਕਿ ਤੁਰਕਾਂ ਦਾ ਈਸ਼ਵਰ ਮਾਲਕ ਹੈ, ਦਿੱਲੀ ਤੇ ਇਹਨਾਂ ਦਾ ਰਾਜ ਚੱਲ ਰਿਹਾ ਹੈ। ਜਨਨੀ ਮਨ ਮਹਿ ਕੁਛ ਕ ਵਿਚਾਰ। ਮਾਤਾ ਕ੍ਰਿਸ਼ਨ ਕੌਰ ਜੀ ਨੇ ਬੜਾ ਬੁਰਾ ਮਨਾਇਆ ਔਰੰਗੇ ਦੇ ਬਿਨਾਂ ਦੱਸੇ ਤੇ ਇੱਕੋ ਵਾਰੀ ਤੰਬੂ 'ਚ ਵੜੇ ਦਾ, ਪਰ ਮਾਤਾ ਜੀ ਬੋਲੇ ਕੁਝ ਨਾ, ਕੁਝ ਕੁ ਵਿਚਾਰ ਜੀ ਜ਼ਰੂਰ ਕੀਤੀ ਹੈ। ਨਹ ਸਮਰੱਥ ਭਈ ਹਟਕਾਰ। ਪਰ ਹੁਣ ਮਾਤਾ ਮਾਈਆਂ ਨੇ, ਹੁਣ ਕਿਹਦੀ ਸਮਰੱਥਾ ਹੈ? ਬਾਦਸ਼ਾਹ ਹਿੰਦੁਸਤਾਨ ਦਾ ਔਰੰਗਾ ਤੋ ਸਮਰੱਥਾ ਨਹੀਂ ਹੈ ਮਾਤਾ ਜੀ ਦੇ ਵਿੱਚ ਵੀ ਜਾਂ ਹੋਰ ਕਿਸੇ ਸਿੱਖ ਸੇਵਕ ਵਿੱਚ ਜਿਹੜਾ ਔਰੰਗਜ਼ੇਬ ਨੂੰ ਰੋਕ ਸਕਦਾ ਹੋਵੇ। ਸੋ ਇਸ ਲਈ ਔਰੰਗਜ਼ੇਬ
ਆ ਮਹਾਰਾਜ ਦੇ ਤੰਬੂ ਵਿੱਚ ਵੜਿਆ ਹੈ। ਤਤ ਸਿਨ ਆਏ ਬਿਲੋਕਨ ਕਰੇ, ਆ ਕੇ ਜਦੋਂ ਮਹਾਰਾਜ ਦੇ ਸਰੂਪ ਵਾਲੇ ਨੇ ਤੱਕਣਾ ਕੀਤਾ ਹੈ। ਬਸਤਰ ਅਛਾਦਤ ਤਨ ਪਰ ਪਰੇ, ਸਤਿਗੁਰਾਂ ਦਾ ਸਾਰਾ ਸਰੀਰ ਜਿਹੜਾ ਸੀ ਉਹ ਕੱਪੜੇ 'ਚ ਢਕਿਆ ਹੋਇਆ, ਕਿਉਂ ਮਹਾਰਾਜ ਉੱਪਰ ਬਸਤਰ ਲੈ ਕੇ ਸੱਚਖੰਡ ਚਾਲਾ ਮਾਰ ਗਏ ਸਨਗੇ, ਤੋ ਸਾਰਾ ਸਰੂਪ ਚਿੱਟੇ ਬਸਤਰ ਵਿੱਚ ਲਪੇਟਿਆ ਹੈ। ਠਾਂਡੋ ਭਇਓ ਜਏ ਢਿਗ ਸਾਹੂ, ਔਰੰਗਾ ਮਹਾਰਾਜ ਦੇ ਸਰੂਪ ਦੇ ਲਾਗੇ ਜਾ ਖੜਾ ਹੋਇਆ ਹੈ। ਵਿਖੋ ਬਦਨ ਇਮ ਠਾਟ ਮਨ ਮਾਹੂ, ਇਹਨੇ ਮਨ 'ਚ ਇੱਛਾ ਕੀਤੀ ਵੀ ਮੈਂ ਸਤਿਗੁਰਾਂ ਦਾ ਹੁਣ ਸਰੂਪ ਵੇਖਾਂ, ਮਹਾਰਾਜ ਦੇ ਦਰਸ਼ਨ ਕਰਾਂ ਚਿਹਰੇ ਦੇ। ਕਹਿਓ ਦਾਸ ਸੋ ਨਿਕਟ ਜੇ ਠਾਢੋ, ਇੱਕ ਸਿੱਖ ਹੀ ਖੜਾ ਸੀ ਲਾਗੇ, ਤੇ ਉਸ ਰੋਂਦੇ ਹੋਏ ਸਿੱਖ ਵੱਲ ਔਰੰਗਜ਼ੇਬ ਨੇ ਵੇਖਿਆ, ਮੁਖੋਂ ਬਚਨ ਕੀਤਾ ਹੈ ਬਸਤਰ ਟਾਰ ਇਨਕੋ ਮੁਖ ਕਾਢੋ, ਵੀ ਮੈਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਨੇ ਸਿੱਖਾ, ਇਹਨਾਂ ਦੇ ਮੂੰਹ ਤੋਂ ਬਸਤਰ ਲਾਓ ਤੇ ਮੈਨੂੰ ਮਹਾਰਾਜ ਦੇ ਦਰਸ਼ਨ ਕਰਾ ਦਿਓ। ਮੁਝ ਕੋ ਦਰਸ਼ਨ ਦੇਹ ਕਰਾਈ, ਮੈਂ ਦਰਸ਼ਨ ਕਰਨ ਆਇਆ, ਮੈਨੂੰ ਦਰਸ਼ਨ ਕਰਾ, ਮਹਾਰਾਜ ਦੇ ਮੁਖ ਤੋਂ ਜਿਹੜਾ ਇਹ ਕੱਪੜਾ ਬਸਤਰ ਪਰੇ ਕਰਨਾ ਕਰ। ਆਇਓ ਇਸ ਕਾਰਨ ਉਤਲਾਈ, ਵੀ ਮੈਂ ਇਸੇ ਕੰਮ ਹੀ ਖਾਸ ਕਰ ਇਸੇ ਕਾਰਜ ਵਾਸਤੇ ਦਰਸ਼ਨਾਂ ਵਾਸਤੇ ਆਇਆ ਬੜੀ ਕਾਹਲੀ ਨਾਲ। ਸੁਨ ਸੇਵਕ ਅਵਰੰਗ ਟਿਗ ਹੋਇ ਕੈ, ਸੁਣ ਕੇ ਸਿੱਖ ਸੇਵਕ ਜਿਹੜਾ ਹੈ ਉਹਨੇ ਦੂਰ ਖੜਾ ਸੀ ਸੇਵਕ, ਤੇ ਔਰੰਗਜ਼ੇਬ ਮਹਾਰਾਜ ਦੇ ਸਰੂਪ ਦੇ ਲਾਗੇ ਹੀ ਖੜਾ ਹੈ। ਉਹ ਸਿੱਖ ਗਾਂਹ ਵਧਿਆ ਤੇ ਔਰੰਗਜ਼ੇਬ ਦੇ ਵਾਲੇ ਪਾਸਿਓਂ ਆ ਕੇ ਸਤਿਗੁਰਾਂ ਦੇ ਸਰੂਪ ਮਹਾਰਾਜ ਦਾ ਜਿੱਥੇ ਸਰੀਰ ਹੈ ਜੀ, ਬਸਤਰ ਗਹਿਓ ਕਰ ਬੰਧਨ ਕੈ ਪਹਿਲਾਂ ਮੱਥਾ ਟੇਕਿਆ ਸਿੱਖ ਨੇ, ਫਿਰ ਸੱਜੇ ਹੱਥ ਨਾਲ ਸਤਿਗੁਰਾਂ ਦੇ ਪਾਵਨ ਸਰੂਪ ਦੇ ਉੱਪਰ ਜਿਹੜਾ ਬਸਤਰ ਪਾਇਆ ਉਹਨੂੰ ਪਕੜਨਾ ਕੀਤਾ ਹੈ। ਜਬ ਊਚੋ ਕਰ ਲਗਿਓ ਦਿਖਾਵਨ, ਜਦੋਂ ਮਹਾਰਾਜ ਦਾ ਮੁਖ ਜਿਹੜਾ ਉਹ ਬੇਪਰਦ ਕੀਤਾ ਨਾ, ਸਿੱਖ ਮਹਾਰਾਜ ਦੇ ਉੱਪਰ ਦਿੱਤੇ ਪਰਦੇ ਨੂੰ ਕੱਪੜੇ ਨੂੰ ਫੜ ਕੇ ਜਦੋਂ ਉਘੇੜਿਆ, ਕੱਪੜਾ ਪਰੇ ਕੀਤਾ ਹੈ, ਕਿਸ ਤੇ ਕਰਿਓ ਨਾ ਜਾਏ ਹਟਾਵਨ, ਤੇ ਔਰੰਗਜ਼ੇਬ ਗਾਂਹ ਹੋਇਆ ਹੋਰ ਭੱਜ ਕੇ ਮਹਾਰਾਜ ਦੇ ਮੁੱਖ ਵਾਲੇ ਪਾਸੇ। ਮੈਂ ਗਾਂਹ ਕਿੰਨੇ ਰੋਕਣਾ ਸੀ ਔਰੰਗਜ਼ੇਬ ਨੂੰ, ਕੋਈ ਰੋਕ ਨਹੀਂ ਸਕਦਾ ਹੈ। ਜਬ ਨੌ ਰੰਗ ਤੇ ਦ੍ਰਿਸ਼ਟ ਲਗਾਈ, ਜਦੋਂ ਇਧਰੋਂ ਸਿੱਖ ਨੇ ਮਹਾਰਾਜ ਦੇ ਮੁੱਖ ਮੰਡਲ ਤੋਂ ਬਸਤਰ ਪਰੇ ਕਰ ਦਿੱਤਾ, ਇਹਦੋਂ ਔਰੰਗਜ਼ੇਬ 2 ਕਦਮ ਗਾਂਹ ਵੱਧ ਕੇ ਜਦੋਂ ਮਹਾਰਾਜ ਦੇ ਮੁੱਖ ਕੋਲ ਹੋਇਆ ਤੇ ਮਹਾਰਾਜ ਦਾ ਸਰੂਪ ਵੇਖਣ ਲੱਗਿਆ ਹੈ। ਤਰਾ ਦਰਜ ਦੀਰਘ ਲਖ ਪਾਈ, ਤੇ ਇਹਨੂੰ ਮਹਾਰਾਜ ਦਾ ਮੁੱਖ ਤਾਂ ਦਿਸਿਆ ਨਾ, ਤੇ ਧਰਤੀ ਵਿੱਚ ਐਂ ਲੱਗੇ ਜਿਵੇਂ ਬਹੁਤ ਡੂੰਗੀ ਦਰਾੜ ਤਰੇੜ ਪਈ ਹੁੰਦੀ ਇਹਦੇ ਪੈਰਾਂ ਬਿਲਕੁਲ ਸਾਂ, ਕਿਉਂਕਿ ਮਰ ਦੇ ਲਾਗੇ ਖੜ ਗਿਆ ਜਾ ਕੇ, ਤੇ ਜਿੰਨਾ ਮਰ ਦਾ ਸਰੂਪ ਸੀ ਜਿੰਨੇ ਥਾਂ 'ਚ ਉਹ ਸਰੂਪ ਨਾ ਦਿਸੇ, ਤੇ ਧਰਤੀ ਦੇ ਵਿੱਚ ਤਰੇੜ ਪਈ ਦਿਸੇ, ਤੇ ਤਰੇੜ ਵੀ ਇੰਨੀ ਡੂੰਗੀ ਵੀ ਮਾਨੋ ਵਿੱਚ ਜਿਵੇਂ ਪਤਾਲ ਨਰਕ ਦੀ ਅੱਗ ਸਭ ਕੁਝ ਇੱਕੇ ਛਿਣ ਦੇ ਵਿੱਚ ਹੀ ਓਨੀ ਥਾਂ ਦੇ ਵਿੱਚੋਂ ਨਜ਼ਰੀ ਪਿਆ ਹੈ। ਸਤਿਗੁਰ ਦੇਹ ਨਹੀਂ ਦ੍ਰਿਸ਼ਟਾਵੈ, ਜਿਹੜਾ ਸਿੱਖ ਖੜਾ ਉਹਨੂੰ ਨਹੀਂ ਪਤਾ, ਉਹਨੂੰ ਮਹਾਰਾਜ ਦਾ ਸਰੂਪ ਦਿਸ ਰਿਹਾ, ਪਰ ਔਰੰਗਜ਼ੇਬ ਜਦੋਂ ਗਾਂਹ ਵਧਿਆ ਤੇ ਬਹੁਤ ਡੂੰਗੀ ਧਰਤੀ ਵਿੱਚ ਜਿਵੇਂ ਕਈ 100 ਕੋਹ ਥੱਲੇ ਨੂੰ ਤਰੇੜ ਪਈ ਹੋਈ ਦਿਸਦੀ ਹੈ, ਸਰੂਪ ਨਹੀਂ ਮਹਾਰਾਜ ਦਾ ਨਜ਼ਰ ਪੈਂਦਾ ਹੈ। ਦੀਹ ਦਰਜ ਮਹਿ ਦ੍ਰਿਸ਼ਟ ਚਲਾਵੈ, ਉਹ ਡੂੰਗੀ ਨਿਗਾਹ ਜਿਵੇਂ ਗਾਂਹ ਮਹਾਰਾਜ ਦੇ ਸਰੂਪ ਨੂੰ ਵੇਖਣ ਹੁੰਦਾ, ਓਨੀ ਨਿਗਾਹ ਥੱਲੇ ਡੂੰਗੀ ਉਸ ਦਰਜ ਦੇ ਵਿੱਚ ਬੜੀ ਡੂੰਗੀ ਖਾੜ ਦੇ ਵਿੱਚ ਜਾਂਦੀ ਹੈ। ਤਹਾਂ ਭਿਆਨਕ ਅਤ ਕੁਛ ਦੇਖਾ, ਤੇ ਉਹਦੇ ਵਿੱਚੋਂ ਕਵੀ ਰਾਜ ਕਹਿੰਦੇ ਵੀ ਇਹੋ ਜਿਹੇ ਭਿਆਨਕ ਦ੍ਰਿਸ਼ ਇਹਨੂੰ ਔਰੰਗੇ ਨੂੰ ਦੱਸੇ ਆ, ਜਦੋਂ ਉਹਦੇ ਵਿੱਚ ਤਰੇੜ 'ਚ ਮਾਰਦਾ ਮਹਾਰਾਜ ਦੇ ਮੁੱਖ ਨੂੰ ਵੇਂਦਾ, ਪਰ ਉਹ ਸਰੀਰ ਤਾਂ ਦਿਸੇ ਨਾ, ਸਰੂਪ ਉਨੀ ਥਾਂ 'ਚ ਤਰੇੜ ਦੀ ਧਰਤੀ 'ਚ ਪਈ ਹੋਈ, ਕਿਉਂ ਮਹਾਰਾਜ ਥੱਲੇ ਹੀ ਸਰੂਪ ਸੀ ਪਾਤਸ਼ਾਹ ਦਾ ਵਿਛੇ ਹੋਏ ਆਸਣ ਤੇ, ਤੋ ਇੰਨਾ ਡੂੰਘਾ ਥੱਲੇ ਨਿਗਾਹ ਚੜ ਜਾਂਦੀ। ਕਵੀ ਰਾਜ ਕਹਿੰਦੇ ਵੀ ਬਹੁਤ ਭਿਆਨਕ ਦ੍ਰਿਸ਼ ਜਿਹੜੇ ਆ ਉਹ ਇਸ ਔਰੰਗਜ਼ੇਬ ਨੂੰ ਇਹਦੇ ਵਿੱਚੋਂ ਦਿਸ ਰਹੇ ਹਨ। ਵੇਖਤ ਉਪਜਿਓ ਕੰਪ ਵਿਸ਼ੇਖਾ, ਤੇ ਦੇਖ ਕੇ ਕਹਿੰਦੇ ਔਰੰਗਜ਼ੇਬ ਦੀ ਦੇਹੀ ਕੰਬ ਗਈ, ਥਰ ਥਰ ਕਰਕੇ ਕੰਬਣ ਲੱਗਿਆ ਹੈ। ਦੰਤ ਗਏ ਮਿਲ ਕਹਿਓ ਨ ਜਾਈ, ਦੰਦ ਜੁੜ ਗਏ, ਮੁਖੋਂ ਬੋਲਿਆ ਕੁਝ ਨਹੀਂ ਜਾਂਦਾ ਹੈ। ਭਇਓ ਸਥੰਭ ਅਚਲ ਕੀ ਨਿਆਈ, ਤੇ ਜਿਵੇਂ ਕੋਈ ਚੱਲ ਇੱਕ ਥਾਂ ਤੇ ਥੰਬਲਾ ਖੜਾ ਹੁੰਦਾ ਐਨ ਬਿਲਕੁਲ ਥੰਬਲਾ ਬਣ ਗਿਆ, ਸਰੀਰ ਸੁੰਨ ਹੋ ਗਿਆ ਹੈ। ਜੜੀ ਭੂਤ ਐਸੇ ਹੋਏ ਗਇਓ, ਜਿਵੇਂ ਜੜੀ ਭੂਤ ਹੁੰਦਾ, ਕੋਈ ਜੜ ਜਿਵੇਂ ਕੋਈ ਪੱਥਰ ਦੀ ਮੂਰਤ ਹੁੰਦੀ ਹੈ, ਇਸ ਤਰ੍ਹਾਂ ਇਹਦਾ ਸਰੀਰ ਸਾਰਾ ਖੜ ਗਿਆ, ਜੰਮ ਗਿਆ ਹੈ। ਇੰਦਰ ਗਨ ਸਰੀਰ ਥਿਰ ਭਇਓ, ਇਸ ਤਰ੍ਹਾਂ ਸਰੀਰ ਜਿਹੜਾ ਨਾ ਹਿੱਲਣ ਤੋਂ ਰਹਿ ਗਿਆ ਤੇ ਬਿਲਕੁਲ ਸਥਿਰ ਹੋ ਕੇ ਇੱਕ ਥਾਂ ਟਿਕ ਗਿਆ। ਇੰਦਰੇ ਭਾਵ ਜਿਹੜੇ ਹੱਥ ਕੰਨ ਨੱਕ ਜਿੰਨੇ ਇੰਦਰੇ ਗਿਆਨ ਕਰਮ ਇੰਦਰੇ ਹੁੰਦੇ
ਉਹ ਸਾਰੇ ਦੇ ਸਾਰੇ ਮਨ ਨੂੰ ਸੱਤਾ ਹੀ ਨਾ ਰਹੀ ਹੋਵੇ ਤੇ ਐਨ ਬਿਲਕੁਲ ਜੁੜ ਗਏ ਹਨ। ਆਏ ਕੁਮੇਰੀ ਗਿਰਬੇ ਤੇ ਚਾਹੀ। ਇੱਕੋ ਵਾਰ ਘਬਰਾਇਆ, ਡਰ ਕੇ ਭਮੇਟਣੀ ਜੀ ਆਈ ਹੈ, ਘਬਰਾਹਟ ਹੋਈ ਤੇ ਇੱਕੋ ਵਾਰੀ ਡਿੱਗਿਆ ਹੈ। ਬਿਹਬਲ ਹੋਤ ਜਾਤ ਸੁਧ ਨਾਹੀ। ਸਿੱਖ ਵਾਲੇ ਪਾਸੇ ਨੂੰ ਡਿੱਗਣ ਲੱਗਿਆ, ਇਹਨੂੰ ਕੋਈ ਖਬਰ ਨਹੀਂ ਹੋ ਰਹੀ ਹੈ। ਬਿਖਰੇ ਜਾਹੇ ਅੰਗ ਤੇ ਬਰਿਆਈ। ਇੱਕੋ ਵਾਰੀ ਅੰਗ ਜੇ ਮਾਨੋ ਸਾਰੇ ਸਰੀਰ ਹੀ ਪਾਟ ਗਿਆ ਹੋਵੇ ਤਾਂ ਇਹਨੂੰ ਐ ਪ੍ਰਤੀਤ ਹੁੰਦਾ ਔਰੰਗੇ ਨੂੰ ਵੀ ਮਾਨੋ ਮੇਰਾ ਸਰੀਰ ਹੀ ਜਾਂਦਾ ਰਿਹਾ, ਸਰੀਰ ਹੀ ਸਾਰਾ ਖਿੱਲਰ ਚੱਲਿਆ, ਇਸ ਤਰ੍ਹਾਂ ਪ੍ਰਤੀਤ ਹੋਇਆ। ਤੇ ਬੇਹੋਸ਼ੀ ਜੀ ਖਾ ਕੇ ਇੱਕੋ ਵਾਰੀ ਮਰਦ ਦੇ ਸਰੂਪ ਦੇ ਲਾਗੋਂ ਤੇ ਸਿੱਖ ਵਾਲੇ ਪਾਸੇ ਨੂੰ ਡਿੱਗਿਆ ਹੈ। ਅਧਿਕ ਤਰਾਸ ਤੇ ਥਿਰਿਓ ਨ ਜਾਈ। ਡਿੱਗਿਆ ਨਹੀਂ ਗਿਆ, ਬਹੁਤ ਡਰ ਗਿਆ ਔਰੰਗਜ਼ੇਬ, ਚਿਹਰੇ ਤੋਂ ਪਸੀਨਾ ਚੋਂਦਾ ਹੈ। ਬਾਹੋ ਏਕ ਹੀ ਬਾਰ ਪਸਾਰੀ। ਇੱਕੋ ਵਾਰ ਬਾਹਾਂ ਨੀਆਂ ਖੜੀਆਂ ਕਰ ਲਈਆਂ, ਜਿਵੇਂ ਕੋਈ ਜਾਨ ਨਿਕਲਦੀ ਕਿਸੇ ਦੀ, ਇਸ ਤਰ੍ਹਾਂ ਬਾਹਾਂ ਨੀਆਂ ਫਲਾਈਆਂ ਹਨ। ਨਿਕਟ ਦਾਸ ਗੁਰ ਤਿਸ ਪਰ ਤੇ ਡਾਰੀ। ਜਦੋਂ ਬਾਹ ਖੋਲੀ ਤੇ ਜਿਹੜੇ ਸਿੱਖ ਜਿਹੜਾ ਮਹਾਰਾਜ ਦੇ ਬਸਤਰ ਨੂੰ ਉੱਪਰ ਕਰ ਰਿਹਾ ਸੀ ਨਾ, ਤੇ ਔਰੰਗਜ਼ੇਬ ਨੇ ਜਦੋਂ ਇੱਕੋ ਵਾਰੀ ਬਾਹਾਂ ਖੋਲੀਆਂ ਤੇ ਮਨ ਘਬਰਾਹਟ ਚ ਆਇਆ ਤੇ ਪ੍ਰਤੀਤ ਹੁੰਦਾ ਵੀ ਮੈਂ ਇੱਥੇ ਖਾੜੀ ਦੇ ਵਿੱਚ ਡਿੱਗ ਜਾਣਾ, ਐਦਾਂ ਪ੍ਰਤੀਤ। ਡਰ ਕੇ ਜਦੋਂ ਬਾਹਾਂ ਖੋਲੀਆਂ ਤੇ ਸਿੱਖ ਦੀ ਬਾਹ ਨੂੰ ਇਹਦੀ ਬਾਹ ਵੱਜੀ ਔਰੰਗਜ਼ੇਬ ਦੀ, ਤੇ ਕੱਪੜਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਫਿਰ ਉਵੇਂ ਹੀ ਮੁਖ ਤੇ ਆ ਗਿਆ। ਚੁੱਕਣ ਲੱਗੇ ਸਿੱਖ ਤੋਂ, ਜਦੋਂ ਪ੍ਰਕਾਸ਼ ਮਹਾਰਾਜ ਦਾ ਮੁਖ ਕੀਤਾ ਤੇ ਫਿਰ ਇਹਦਾ ਹੱਥ ਜਦੋਂ ਵੱਜਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਦਰਸ਼ਨ ਨੈਨੂੰ ਪਾਪੀ ਨੂੰ ਹੋ ਪਾਏ। ਗਰੀਬ ਨਵਾਜ ਦੇ ਮੁੱਖ ਮੰਡਲ ਤੇ ਫਿਰ ਇਹਦਾ ਹੀ ਹੱਥ ਵੱਜ ਕੇ ਤੇ ਸਿੱਖ ਦੇ ਹੱਥੋਂ ਕੱਪੜਾ ਫਿਰ ਛੁੱਟ ਗਿਆ ਹੈ। ਹਰਿਓ ਭਾਰ ਛੂਟਿਓ ਪਟ ਕਰਤੇ। ਹੱਥ ਤੋਂ ਸਿੱਖ ਦਿਓ ਕੱਪੜਾ ਛੁੱਟ ਗਿਆ, ਸਾਰਾ ਭਾਰ ਔਰੰਗੇ ਨੇ ਸਿੱਖ ਦੇ ਉੱਪਰ ਪਾ ਦਿੱਤਾ, ਭਾਵ ਇਹ ਸਿੱਖ ਵਾਲੇ ਪਾਸੇ ਹੀ ਡਿੱਗ ਪਿਆ ਹੈ। ਹੋਏ ਸਾਹੋ ਦਿਸ ਗਿਰਤ ਸੰਭਰਤੇ। ਸਿੱਖ ਨੇ ਗਾਂਹ ਵੱਧ ਕੇ ਤੇ ਇਹਨੂੰ ਦਵਾ ਦਵ ਜੱਫੀ ਚ ਪਾ ਕੇ ਨਾ ਫੜ ਕੇ ਇਹਨੂੰ ਔਰੰਗਜ਼ੇਬ ਨੂੰ ਤੇ ਖੜਾ ਕੀਤਾ, ਡਿੱਗਣੋਂ ਰੋਕਿਆ, ਬਚਾਇਆ ਹੈ। ਛਾਦਿਓ ਸਤਿਗੁਰ ਕੋ ਤਨ ਜਬੈ। ਸਤਿਗੁਰਾਂ ਦਾ ਸਰੀਰ ਉਵੇਂ ਦੇ ਉਵੇਂ ਫਿਰ ਟਕਿਆ ਗਿਆ ਹੈ। ਭੈ ਬਿਨ ਹੋਤ ਭਇਓ ਕੁਛ ਤਬੈ। ਤੇ ਫਿਰ ਇਹਨੂੰ ਉਹ ਕੁਝ ਨਾ ਦਿਸੇ, ਜਦੋਂ ਮਰਦ ਦੇ ਸਰੂਪ ਤੇ ਕੱਪੜਾ ਆ ਗਿਆ, ਫਿਰ ਮਹਾਰਾਜ ਪਾਤਸ਼ਾਹ ਗਰੀਬ ਨਵਾਜ ਦਾ ਸਰੂਪ ਉਸੇ ਤਰ੍ਹਾਂ ਹੀ ਪਿਆ ਦੀਦਾ। ਜਦੋਂ ਮਹਾਰਾਜ ਦੇ ਮੁੱਖ ਮੰਡਲ ਤੋਂ ਕੱਪੜਾ ਚੁੱਕੀਦਾ ਤੇ ਔਰੰਗਜ਼ੇਬ ਨੂੰ ਪ੍ਰਤੀਤ ਹੁੰਦਾ ਵੀ ਬਹੁਤ ਡੂੰਗੀ ਖਾਈ, ਨਰਕ ਦੀ ਅੱਗ ਮਾਨੋਂ ਬਲਦੀ ਮੈਂ ਵਿੱਚ ਡਿੱਗ ਜਾਣਾ। ਇਸ ਤਰ੍ਹਾਂ ਇਹਦੀ ਹਾਲਤ ਹੋਈ। ਕੱਪੜਾ ਮਹਾਰਾਜ ਦੇ ਮੁਖ ਤੇ ਜਦੋਂ ਆ ਗਿਆ, ਥੋੜਾ ਜਿਹਾ ਡਰਨੋਂ ਹਟਿਆ, ਦਾ ਡਰ ਘਟਿਆ ਹੈ। ਸੁਧ ਪ੍ਰਾਪਤ ਤੂਰਨ ਤਪ ਚਾਲਾ। ਫਿਰ ਇਹਨੂੰ ਮਾੜੀ ਮੋਟੀ ਸਰੀਰ ਦੀ ਸੁੱਧ ਆਈ ਹੈ ਤੇ ਡਰ ਗਿਆ, ਦਵਾ ਦਵੀ ਪਿਛਾਂ ਨੂੰ ਭੱਜ ਪਿਆ ਹੈ। ਨਿਕਸਿਓ ਵਹਿਰ ਜਹਾਂ ਨਰ ਜਾਲਾ। ਭੱਜ ਕੇ ਤੰਬੂ ਚੋਂ ਬਾਹਰ ਨਿਕਲ ਆਇਆ, ਜਿੱਥੇ ਸਾਰੇ ਲੋਕ ਖੜੇ ਹੋਏ ਸਨ, ਸੰਗਤਾਂ ਖੜੀਆਂ ਨੇ। ਜੈ ਸਿੰਘ ਮਿਲਿਓ ਅਗਾਊ ਹੋਏ। ਇਧਰ ਜੈ ਸਿੰਘ ਨੇ ਭੱਜ ਕੇ ਗਾਉਂ, ਕਿਉਂ ਸਤਿਕਾਰ ਕਰਦਾ ਸੀ ਜੈ ਸਿੰਘ, ਇਹ ਬਾਦਸ਼ਾਹ ਦੇ ਕੋਲ ਆਉਂਦਾ ਜਾਂਦਾ। ਰਾਜੇ ਜੈ ਸਿੰਘ ਨੇ ਜਦੋਂ ਔਰੰਗੇ ਨੂੰ ਵਿੱਚੋਂ ਤੰਬੂ ਦੇ ਨਿਕਲਿਆ ਭੱਜ ਕੇ ਵੇਖਿਆ, ਇੱਕੋ ਵਾਰੀ ਰਾਜਾ ਜੈ ਸਿੰਘ ਵੀ ਗਾਂਹ ਹੋਇਆ ਵੀ ਖੁਰੇ ਕੀ ਬਣ ਗਿਆ ਹੈ। ਦੇਖਤ ਮੁਖ ਕੋ ਬਿਸਮਿਓ ਸੋਏ। ਜਦੋਂ ਔਰੰਗੇ ਦਾ ਮੂੰਹ ਵੇਖਿਆ ਤੇ ਤਰੇਲੋ ਤਰੇਲੀ ਡਰਿਆ ਹੋਇਆ, ਨੇਤਰ ਅੱਡੇ ਹੋਏ ਉਹਦੇ, ਜਿਵੇਂ ਅੰਦਰੋਂ ਬਹੁਤ ਭਾਰੀ ਕਿਸੇ ਮਾਨੋ ਕੋਈ ਜਿਵੇਂ ਬਿੱਲੀ ਤੋਂ ਚੂਹਾ ਨਹੀਂ ਛੁੱਟ ਕੇ ਆਉਂਦਾ, ਇਦਾਂ ਸਾਰਾ ਕੰਬ ਰਿਹਾ ਔਰੰਗਾ। ਵੇਖ ਕੇ ਰਾਜਾ ਜੈ ਸਿੰਘ ਵੀ ਦੰਗ ਰਹਿ ਗਿਆ ਹੈ। ਅਧਿਕ ਅਧੀਰਜ ਦ੍ਰਿਗ ਜਲ ਚਾਲਾ। ਵੀ ਹੱਦ ਹੋ ਗਈ, ਇਹਨੂੰ ਕੀ ਹੋ ਗਿਆ? ਅੱਖਾਂ 'ਚ ਪਾਣੀ ਆਇਆ ਹੋਇਆ, ਧੀਰਜ ਨਹੀਂ ਰਹਿ ਗਿਆ, ਥਰ ਥਰ ਔਰੰਗਾ ਪਿਆ ਕੰਬਦਾ ਹੈ। ਬੋਲਿਓ ਜਾਏ ਨਹੀਂ ਤਿਸ ਕਾਲਾ। ਜੈ ਸਿੰਘ ਪੁੱਛਦਾ, ਬਾਦਸ਼ਾਹ ਸਲਾਮਤ ਕੀ ਹੋਇਆ? ਪਰ ਔਰੰਗੇ ਤੋਂ ਬੋਲਿਆ ਨਾ ਗਿਆ, ਜ਼ਬਾਨ ਕੰਬ ਰਹੀ ਹੈ ਤੇ ਦੰਦ ਜੁੜੇ ਹੋਏ ਹਨ। ਲਿਖਿਓ ਕਹਾ ਨਾ ਜਾਏ ਬਤਾਇਓ। ਹੁਣ ਦੱਸਿਆ ਹੀ ਕੁਝ ਨਹੀਂ ਜਾਂਦਾ ਔਰੰਗਜ਼ੇਬ ਤੋਂ, ਕੀ ਵੇਖਿਆ ਮੈਂ ਕੀ ਨਹੀਂ ਵੇਖਿਆ, ਕੁਝ ਨਹੀਂ ਬੋਲਿਆ ਗਿਆ ਹੈ। ਡਰਤ ਰਿਦਾ ਬਿਹਬਲ ਦ੍ਰਿਸ਼ਟਾਇਓ। ਬਸ ਬੇਬਲ ਹੋ ਗਿਆ, ਰਿਦਾ ਕੰਬ ਗਿਆ। ਐਸਾ ਦ੍ਰਿਸ਼ ਜਿਹੜਾ ਇਹਨੇ ਤੰਬੂ ਦੇ ਵਿੱਚ ਮਹਾਰਾਜ ਦੇ ਸਰੂਪ ਚੋਂ ਵੇਖਿਆ ਹੈ। ਪੁਨ ਉਮਰਾਵ ਅਪਰ ਚੱਲ ਆਏ। ਇਹਨੇ ਨੂੰ ਵਜ਼ੀਰ ਜਿਹੜੇ ਦੇ ਨਾਲ ਆਏ ਸਨ ਉਹ ਭੱਜ ਕੇ ਅਗਾਂਹ ਹੋਏ ਹਨ। ਤਿਨ ਕੰਧੇ ਪਰ ਹੱਥ ਟਿਕਾਏ। ਤੇ ਹੁਣ ਰੰਗੇ ਤੋਂ ਤੁਰਿਆ ਵੀ ਨਾ ਜਾਏ, ਤੇ ਉਹਨਾਂ ਇਹਦੇ ਵਜ਼ੀਰਾਂ ਨੇ ਔਰੰਗੇ ਦੇ ਮੋਢੇ ਆਪਣਿਆਂ ਤੇ ਹੱਥ ਜੇ ਰਖਾ ਲਏ, ਆਪਣੇ ਮੋਢਿਆਂ ਤੇ ਦੋ ਬਾਹਾਂ ਦਾ ਭਾਰ ਜਿਹਾ ਲੈ ਲਿਆ ਹੈ। ਕਰੀ ਹਕਾਰਨ ਸੁਖ ਅਸਵਾਰੀ। ਤੇ ਛੇਤੀ ਕਰੋ, ਸਵਾਰੀ ਲੈ ਕੇ ਆਓ, ਪਾਲਕੀ ਲੈ ਕੇ ਆਓ। ਛੇਤੀ ਨਾਲ ਦਾਸਾਂ ਇਹਦੇ ਨੌਕਰਾਂ ਨੇ ਭੱਜ ਕੇ ਪਾਲਕੀ ਇਹਦੀ ਲਿਆਂਦੀ ਹੈ। ਗਮਨਿਓ ਦਿਰਗ ਦਿਸ਼ਾ ਡਰ ਧਾਰੀ। ਇਹਨੂੰ ਚੁੱਕ ਕੇ ਪਾਲਕੀ 'ਚ ਸੁੱਟਿਆ, ਛੇਤੀ ਦੇ ਨਾਲ ਇਹਨੂੰ ਕਿਲੇ 'ਚ ਲੈ ਗਏ ਵੀ ਕਿਤੇ ਮਰ ਨਾ ਜਾਏ। ਛੇਤੀ ਤੋਂ ਛੇਤੀ ਇਹਨੂੰ ਰੰਗੇ ਨੂੰ ਇਹਦੇ ਮਹਿਲ ਵਿੱਚ ਪਹੁੰਚਦਾ ਕੀਤਾ ਹੈ। ਨਹਿ ਕਿਸਹੂ ਸੋ ਕਛੂ ਜਨਾਈ। ਪਰ ਬੋਲੇ ਨਾ, ਦੱਸੇ। ਸਭ ਪੁੱਛਦੇ ਮਹਾਰਾਜ ਕੀ ਹੋਇਆ,
ਪਰ ਔਰੰਗਜ਼ੇਬ ਕਿਸੇ ਨੂੰ ਕੁਝ ਨਹੀਂ ਦੱਸਦਾ, ਚੁੱਪਚਾਪ ਹੋ ਰਿਹਾ ਹੈ। ਆਵਤ ਲਾਜ ਨ ਜਾਏ ਬਤਾਈ। ਲਾਜ ਸ਼ਰਮ ਆਉਂਦੀ ਹੈ ਵੀ ਵੇਖੋ ਮਹਾਰਾਜ ਨੇ ਕਿਉਂਕਿ ਬੇਇੱਜ਼ਤੀ ਹੋ ਗਈ ਬਾਦਸ਼ਾਹ ਹਿੰਦੁਸਤਾਨ ਦਾ, ਸਤਿਗੁਰਾਂ ਦਰਸ਼ਨ ਸਰੀਰ ਹੁੰਦਿਆਂ ਕੀ ਮਹਾਰਾਜ ਨੇ ਜਦੋਂ ਸੱਚਖੰਡ ਚਲੇ ਗਏ ਬਾਅਦ 'ਚ ਵੀ ਦਰਸ਼ਨ ਨਾ ਦਿੱਤੇ, ਕਿੱਡੀ ਬੇਅਦਬੀ ਹੈ ਇਹਦੀ। ਤੋ ਵੇਖ ਕੇ ਬੜਾ ਦੁਖੀ ਹੁੰਦਾ, ਦੱਸਦਾ ਨਹੀਂ ਵੀ ਹੁਣ ਦੱਸਾਂ ਤੇ ਦੱਸਾਂ ਕੀ, ਵੀ ਮੈਨੂੰ ਪਾਪੀ ਜਾਣ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਭ ਨੇ ਦਰਸ਼ਨ ਕੀਤੇ ਦਿੱਲੀ ਵਿੱਚ, ਜਿਹੜੇ ਕੋਈ ਚੁੱਭੀ ਝੁੱਗੀ ਝੌਂਪੜੀ ਵਾਲੇ ਜਿਨ੍ਹਾਂ ਕੋਲ ਘਰ ਨਹੀਂ ਸਨ, ਪਾਪੀ ਤੋਂ ਪਾਪੀਆਂ ਨੂੰ ਦਰਸ਼ਨ ਹੋਏ। ਜੇ ਨਹੀਂ ਦਰਸ਼ਨ ਹੋਏ ਤੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਦਰਸ਼ਨ ਨਾ ਹੋਣ, ਕਿੱਡੀ ਵੱਡੀ ਬੇਪਤੀ ਹੈ। ਤੋ ਇਹ ਗੱਲ ਵਿਚਾਰ ਕੇ ਔਰੰਗਜ਼ੇਬ ਹੁਣ ਸ਼ਰਮਿੰਦਾ ਹੁੰਦਾ, ਕਿਸੇ ਨੂੰ ਕੁਝ ਦੱਸਦਾ ਨਹੀਂ ਹੈ। ਜਿਮ ਸੰਘਰ ਮਹਿ ਖੜਗ ਚਲਨ ਤੇ। ਕਵੀ ਰਾਜ ਕਹਿੰਦੇ ਜਿਵੇਂ ਸੰਘਰ ਨਾਮ ਜੰਗ ਦਾ, ਜਿਵੇਂ ਜੰਗ ਦੇ ਵਿੱਚ ਜਦੋਂ ਚੰਗੇ ਤੇਗੇ ਚੱਲਦੇ ਆ, ਜਦੋਂ ਤਲਵਾਰਾਂ ਚੱਲਦੀਆਂ ਨੇ, ਸਿਰੋਨਤ ਨਿਕਸਤ ਅੰਗ ਕਟਨ ਤੇ। ਅੰਗ ਵੱਢੇ ਜਾਂਦੇ ਨਾ ਸੂਰਮਿਆਂ ਦੇ, ਤੇ ਲਹੂ ਧਰਤੀ ਤੇ ਜਦੋਂ ਡੁੱਲਦਾ ਹੈ। ਦਾਤਰ ਤਰਾਸ ਪਾਏ ਕਰ ਭਾਜੈ। ਜਿਹੜੇ ਕੰਮ ਦੇ ਲੋਕ ਹੁੰਦੇ ਕਮਜ਼ੋਰ, ਉਹ ਐਸਾ ਭਿਆਨਕ ਜੰਗ ਦਾ ਮੈਦਾਨ ਵੇਖ ਕੇ ਮੰਡਿਆ ਹੋਇਆ ਤੇ ਡਰ ਕੇ ਭੱਜ ਜਾਂਦੇ, ਲਹੂ ਦੇ ਪਰਨਾਲੇ ਚੋਂਦੇ। ਇਸ ਤਰ੍ਹਾਂ ਕਹਿੰਦੇ ਔਰੰਗਜ਼ੇਬ ਨਿਕਲਿਆ ਜਿਵੇਂ ਕੋਈ ਜਿਹੜਾ ਡਰਪੋਕ ਜੰਗ ਦਾ ਮੈਦਾਨ ਛੱਡ ਕੇ ਭੱਜਦਾ ਹੈ ਨਾ, ਔਰੰਗਜ਼ੇਬ ਮਹਾਰਾਜ ਦੇ ਤੰਬੂ ਚੋਂ ਇਸ ਤਰ੍ਹਾਂ ਭੱਜਿਆ ਹੈ। ਨਹਿ ਨਿਜ ਦਸ਼ਾ ਕਹਿਤ ਜਿਮਨ ਲਾਜੈ। ਉਹਦੀ ਹਾਲਤ ਕੀ ਹੈ ਕੋਈ ਦੱਸ ਨਹੀਂ ਸਕਦਾ, ਜਿਵੇਂ ਕੋਈ ਜੰਗ ਦਾ ਮੈਦਾਨ ਛੱਡ ਕੇ ਡਰਪੋਕ ਭੱਜ ਜਾਵੇ, ਉਹ ਕਿਵੇਂ ਦੱਸ ਸਕਦਾ ਵੀ ਉੱਥੇ ਕੀ ਹੁੰਦਾ ਸੀ। ਉਹਨੂੰ ਕੋਈ ਪੁੱਛੇ ਵੀ ਤੂੰ ਕਿੱਧਰੋਂ ਆਇਆ, ਉਹ ਨਹੀਂ ਦੱਸੇਗਾ ਕਦੇ। ਇਸੇ ਤਰ੍ਹਾਂ ਔਰੰਗਜ਼ੇਬ ਹੁਣ ਸ਼ਰਮਿੰਦਾ ਹੈ, ਵਿਚਾਰਾ ਕੀ ਦੱਸੇ, ਉਹ ਦੱਸ ਨਹੀਂ ਪਾ ਰਿਹਾ ਹੈ। ਇਸ ਪ੍ਰਕਾਰ ਕਹਿ ਦੀਵਾਰ। ਕਹਿੰਦੇ ਵੀ ਇਸ ਤਰ੍ਹਾਂ ਦੀ ਹਾਲਤ ਹੋਈ ਪਈ ਹੈ ਜਿਵੇਂ ਇੱਕ ਕਹਿ ਨਾਮ ਦੀ ਦੀਵਾਰ। ਮੁਸਲਮਾਨ ਜਿਹੜੇ ਆ ਨਾ ਸਾਧ ਸੰਗਤ ਜੀ, ਉਹ ਕਾਫ ਪਹਾੜ ਦੇ ਪਰ ਇੱਕ ਕੰਧ ਮੰਨਦੇ ਆ, ਉਹਨੂੰ ਕਹਿ ਦੀ ਕੰਧ ਕਹਿੰਦੇ ਆ। ਕਹਿੰਦੇ ਜਿਹੜਾ ਮੁਸਲਮਾਨਾਂ ਦੇ ਵਿੱਚ, ਇਸਲਾਮ ਦੇ ਵਿੱਚ ਮੱਤ ਹੈ, ਕਹਿੰਦੇ ਜਿਹੜਾ ਉਹ ਕੰਧ ਦੇ ਉੱਪਰੋਂ ਵੇਖ ਲਵੇ ਨਾ ਪਾਰ, ਉਹ ਫਿਰ ਦੱਸ ਨਹੀਂ ਸਕਦਾ ਉਹਨੇ ਕੀ ਵੇਖਿਆ, ਉਹ ਹੱਸੀ ਜਾਂਦਾ ਇਕੱਲਾ। ਇਹ ਮੁਸਲਮਾਨੀ ਮੱਤ ਦੀ ਮਰਿਆਦਾ ਹੈ। ਉਹ ਕਵੀ ਜੀ ਉਹ ਦ੍ਰਿਸ਼ਟਾਂਤ ਪ੍ਰਮਾਣ ਦਿੰਦੇ ਆ, ਕਹਿੰਦੇ ਜਿਵੇਂ ਕਿਸੇ ਨੇ ਕਾਫ ਪਹਾੜ ਦੇ ਉੱਪਰ ਜਿਹੜੀ ਦੀਵਾਰ ਹੈ ਕਹਿ ਨਾਮ ਦੀ, ਉਹ ਦੀਵਾਰ ਦੇ ਉੱਪਰੋਂ ਦੀ ਵੇਖ ਲਿਆ ਹੋਵੇ। ਦਿਖਾ ਜੋ ਕਰੀ ਨਾ ਜਾਏ ਉਚਾਰ। ਜਿਹੜਾ ਉਹ ਵੇਖ ਲਵੇ ਉਹਦੇ ਤੋਂ ਉਚਾਰਿਆ ਨਹੀਂ ਜਾਂਦਾ, ਦੱਸਿਆ ਨਹੀਂ ਜਾਂਦਾ ਉਹਨੇ ਕੀ ਵੇਖਿਆ ਹੈ। ਤਿਮ ਤੂਛਨ ਹੋਏ ਬਹੁ ਪਛਤਾਵਾ। ਇਸ ਤਰ੍ਹਾਂ ਔਰੰਗਜ਼ੇਬ ਦੀ ਹਾਲਤ ਹੈ, ਚੁੱਪਚਾਪ ਸ਼ਰਮਿੰਦਾ ਹੁੰਦਾ ਤੇ ਬੜਾ ਪਛਤਾਉਂਦਾ ਹੈ। ਭੈ ਤੇ ਅਤ ਸੰਕਟ ਕੋਹ ਪਾਵਾ। ਬੜਾ ਡਰਿਆ ਹੈ, ਕਿਲੇ ਵਿੱਚ ਆ ਕੇ ਵੀ ਕਾਂਬਾ ਨਾ ਹਟੇ ਇਹਦਾ, ਤੇ ਬੜਾ ਭਾਰੀ ਸੰਕਟ ਦੁੱਖ ਪ੍ਰਾਪਤ ਕਰ ਰਿਹਾ ਹੈ। ਨਹਿ ਕਿਸ ਆਗੇ ਕਬਹੁ ਉਚਾਰੀ। ਇਹਨੇ ਜਿੰਨਾ ਚਿਰ ਜਿਉਂਦਾ ਰਿਹਾ ਨਾ, ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਨੇ ਕਿਸੇ ਕੋਲ ਨਾਂ ਨਹੀਂ ਕਦੇ ਲਿਆ ਸੀ ਵੀ ਮੈਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਨ ਗਿਆ ਤੇ ਮੇਰੇ ਨਾਲ ਕੀ ਬਣੀ ਸੀ। ਇਹਨੇ ਸ਼ਰਮਿੰਦੇ ਨੇ ਜਾਂ ਡਰਦੇ ਨੇ ਕਦੇ ਕਿਸੇ ਕੋਲੇ ਗੱਲ ਨਹੀਂ ਦੱਸੀ ਸੀ। ਕਹਾ ਨਹ ਬੁੱਧ ਮਝਾਰੀ। ਕਹੇ ਵੀ ਕੀ, ਕਿਉਂਕਿ ਬੁੱਧ ਤੋਂ ਪਰੇ ਦੀ ਗੱਲ ਹੈ, ਗੱਲ ਉਹਦੀ ਬੁੱਧ ਵਿੱਚ ਨਹੀਂ ਆ ਰਹੀ ਵੀ ਕੀ ਬਣ ਗਿਆ ਹੈ। ਤਿਸ ਪਿੱਛੇ ਜੈ ਸਿੰਘ ਤੇ ਆਦ। ਇਸ ਤਰ੍ਹਾਂ ਸਾਧ ਸੰਗਤ ਜੀ ਔਰੰਗਜ਼ੇਬ ਮਹਾਰਾਜ ਦੇ ਹੱਥੋਂ ਏਦਾਂ ਬੇਪਤ ਹੋ ਕੇ ਫਿਰ ਨਿਕਲਿਆ, ਜਿਹੜਾ ਕਹਿੰਦਾ ਸੀ ਵੀ ਜਿਉਂਦੇ ਜੀ ਪਰਨ ਨਿਭਾਇਆ ਤੇ ਹੁਣ ਵੇਖਾਂਗਾ ਕਿਵੇਂ ਇਹਨਾਂ ਦੀ ਪ੍ਰਤੱਗਿਆ ਰਹਿੰਦੀ ਹੈ। ਮਹਾਰਾਜ ਨੇ ਫਿਰ ਵੀ ਆਪਦੀ ਪ੍ਰਤੱਗਿਆ ਪੂਰੀ ਕੀਤੀ। ਗੁਰੂ ਗਰੀਬ ਨਵਾਜ ਨੇ ਔਰੰਗਾਬਾਦ ਦੇ ਮਹਿਲ ਨੂੰ ਭੱਜ ਗਿਆ ਡਰ ਕੇ। ਪਿੱਛੋਂ ਰਾਜੇ ਜੈ ਸਿੰਘ ਵਰਗੇ ਜਿਹੜੇ ਇੱਥੇ ਬੈਠੇ ਹੋਏ ਸਨ, ਕਰਨ ਲਗੇ ਸਭ ਜਿਮ ਮਿਰਜਾਦ। ਮਹਾਰਾਜ ਦੇ ਅੰਤਮ ਸੰਸਕਾਰ ਦੀ ਸਾਰੀ ਜਿਹੜੀ ਮਰਿਆਦਾ ਗੁਰਮਤ ਅਨੁਸਾਰ ਉਹ ਸਾਰੀ ਕਰ ਰਹੇ ਹਨ। ਰੋਦਤ ਮਾਤਾ ਸਕਲ ਬਤਾਵੈ। ਮਾਤਾ ਜੀ, ਮਾਤਾ ਕ੍ਰਿਸ਼ਨ ਕੌਰ ਜੀ ਨਾਲੇ ਨੇਤਰਾਂ ਚੋਂ ਰੋ ਰਹੇ ਹੈ, ਪਾਣੀ ਡੁੱਲਦਾ, ਨਾਲੇ ਸਾਰੀ ਮਰਿਆਦਾ, ਕਿਉਂਕਿ ਹੁਣ ਮਾਤਾ ਜੀ ਮੁੱਖ ਆਉਣਗੇ ਇੱਥੇ, ਤੇ ਮਾਤਾ ਜੀ ਫਿਰ ਸਿੱਖਾਂ ਨੂੰ ਸਾਰੀ ਮਰਿਆਦਾ ਵੀ ਕਿਵੇਂ ਗੁਰਮਤ ਅਨੁਸਾਰ ਇਹਨਾਂ ਦੀ ਅੰਤਮ ਕਿਰਿਆ ਕਰਨੀ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਸਰੂਪ ਦੀ, ਉਹ ਮਾਤਾ ਜੀ ਨਾਲੇ ਰੋਂਦੇ ਆ ਨਾਲੇ ਸਿੱਖਾਂ ਨੂੰ ਹੁਕਮ ਕਰ ਰਹੇ ਹਨ। ਦੌਰਤ ਦਾਸ ਸਕਲ ਸੋ ਲਿਆਵੈ। ਜੋ ਮਾਤਾ ਜੀ ਕਹਿ ਰਹੇ ਆ ਸਾਰੇ ਸਿੱਖ ਹਾਲੇ ਨਾਲ ਦੌੜਦੇ ਉਹ ਲਿਆ ਰਹੇ ਵਸਤੂਆਂ। ਮਿਲ ਸਭ ਹੂੰ ਕਰਵਾਏ ਇਸ਼ਨਾਨ। ਸਾਰੇ ਸਿੱਖਾਂ ਰਲ ਮਿਲ ਕਰਕੇ ਪਾਤਸ਼ਾਹ ਦੇ ਸਰੂਪ ਦਾ ਇਸ਼ਨਾਨ ਕਰਵਾਇਆ ਹੈ। ਸੀਚ ਸੁਗੰਧ ਬਿੰਦ ਮਹਾਨ। ਸਾਰੇ ਸਰੀਰ ਨੂੰ ਸੁਗੰਧੀਆਂ ਦੇ ਨਾਲ ਭਰ ਦਿੱਤਾ, ਸੁਗੰਧੀਆਂ ਦੇ ਨਾਲ ਜਿਹੜਾ ਨਾ ਉਹ ਛਿੜਕਾ ਕਰਕੇ ਗੱਚ ਕੀਤਾ ਹੈ। ਬਸਤਰ ਨਵੀਨ ਰੁਚਿਰ ਪਹਿਰਾਏ। ਸੁੰਦਰ ਨਵੇਂ ਬਸਤਰ ਮਹਾਰਾਜ ਨੂੰ ਸੋਹਣਾ ਚੋਲਾ ਗੁਰੂ ਬਾਲਾ ਪ੍ਰੀਤਮ ਨੂੰ ਸਿੱਖਾਂ ਨੇ ਝੁਲਾਇਆ ਹੈ। ਕਹਿ ਕਰ ਭਲੋ ਬਿਵਾਨ ਬਣਾਏ। ਫਿਰ ਮਾਤਾ ਜੀ ਨੇ ਕਹਿ ਕੇ ਸੋਹਣਾ ਬਬਾਨ ਪਾਤਸ਼ਾਹ ਜੀ ਦੇ ਸਰੂਪ ਦੇ ਚਾਲੇ ਵਾਸਤੇ
ਆਪ ਕਹਿ ਕੇ ਮਹਾਰਾਜ ਗਰੀਬ ਨਵਾਜ ਦੇ ਮਾਤਾ ਜੀ ਨੇ ਤਿਆਰ ਕਰਵਾਇਆ ਹੈ। ਤਿਸ ਪਰ ਸਤਿਗੁਰੂ ਕੋ ਪੌਢਾਇਓ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਗੁਰੂ ਗਰੀਬ ਨਵਾਜ ਮਹਾਰਾਜ ਨੂੰ ਦੇ ਸਤਿਗੁਰਾਂ ਨੂੰ ਸਰੀਰ ਨੂੰ ਸਰੂਪ ਨੂੰ ਇਸ ਤਰ੍ਹਾਂ ਇਸ਼ਨਾਨ ਕਰਾ ਕੇ ਸੁੰਦਰ ਤਿਆਰ ਬਰ ਤਿਆਰ ਦਮਾਲਾ ਕਲਗੀ ਐਨ ਤਿਆਰ ਬਰ ਤਿਆਰ ਕਮਰ ਕਸਾ ਲਾ ਸਤਿਗੁਰਾਂ ਦੇ ਸਰੂਪ ਨੂੰ ਵਿਵਾਨ ਦੇ ਉੱਪਰ ਜਿਹੜਾ ਹਾਜ਼ਰ ਕੀਤਾ ਹੈ। ਚਾਹੋ ਦਿਸ ਫੂਲ ਮਾਲ ਲਰਕਾਇਓ। ਸਿੱਖਾਂ ਵਿਵਾਨ ਚੁੱਕਿਆ ਤੇ ਚਾਰ ਚਫੇਰਿਓਂ ਫੁੱਲਾਂ ਦੀ ਭਾਰੀ ਵਰਖਾ ਹੁੰਦੀ ਹੈ। ਧੂਪ ਤੁਖਾਵਤ ਅਨੇਕ ਪ੍ਰਕਾਰੇ। ਧੂਫਾਂ ਤੁਖਾਈਆਂ ਜਾ ਰਹੀਆਂ ਅਨੇਕ ਪ੍ਰਕਾਰ ਦੀ ਸੁਗੰਧੀ ਛਿੜਕਾਵ ਹੋ ਰਿਹਾ ਹੈ। ਕੰਧ ਉਠਾਏ ਮਸੰਦ ਸਿਧਾਰੇ। ਗੁਰੂ ਕੇ ਜਿਹੜੇ ਸ਼੍ਰੋਮਣੀ ਮਸੰਦ ਭਾਈ ਗੁਰਬਖਸ਼ ਜੀ ਵਰਗੇ ਆ ਮੱਲ ਜੀ ਇਹ ਮਹਾਰਾਜ ਦੇ ਸਰੂਪ ਨੂੰ ਲੈ ਕੇ ਮੋਢਿਆਂ ਤੇ ਚਾਲਾ ਪਾ ਰਹੇ ਹਨ। ਸ਼ਬਦ ਰਬਾਬੀ ਗਾਵਤ ਜਾਤ। ਇਸ ਤਰ੍ਹਾਂ ਮਹਾਰਾਜ ਦਾ ਬਬਾਨ ਜਾਂਦਾ ਹੈ। ਅੱਗੇ ਅੱਗੇ ਰਬਾਬੀ ਸਿੱਖ ਜਿਹੜੇ ਆ ਭਾਈ ਨੱਥੂ ਜੀ ਵਰਗੇ ਇਹ ਸਾਰੇ ਮਹਾਰਾਜ ਦਾ ਸਰੂਪ ਦੇ ਅੱਗੇ ਅੱਗੇ ਕੀਰਤਨ ਕਰਦੇ ਜਾਂਦੇ ਆ। ਸਿਮਰਤ ਸਤਿਨਾਮ ਸੁਖਦਾਤ। ਤੇ ਬਾਕੀ ਸੰਗਤਾਂ ਪਿੱਛੇ ਵਾਹਿਗੁਰੂ ਸਤਿਨਾਮ ਦਾ ਜਾਪ ਸੁਖਦਾਈ ਕਰਦੀਆਂ ਹਨ। ਕ੍ਰਿਸ਼ਨ ਕੋਇਰ ਜਨਨੀ ਮਨ ਗਿਆਨ। ਮਾਤਾ ਕ੍ਰਿਸ਼ਨ ਕੌਰ ਜੀ ਮਹਾਰਾਜ ਦੇ ਮਾਤਾ ਜੀ ਹਨ ਤੇ ਜਿਨ੍ਹਾਂ ਦੇ ਮਨ ਵਿੱਚ ਭਾਵੇਂ ਸਤਿਗੁਰਾਂ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ ਤਉ ਸ਼ੋਕ ਉਪਜੰਤ ਮਹਾਨ। ਪਰ ਫਿਰ ਵੀ ਪੁੱਤਰ ਮੋਹ ਅੰਦਰ ਮਾਤਾ ਜੀ ਦੇ ਹਿਰਦੇ ਅੰਦਰੋਂ ਬੜਾ ਭਾਰੀ ਸ਼ੋਕ ਪੈਦਾ ਹੋ ਰਿਹਾ ਹੈ। ਗੁਣ ਸਪੂਤ ਕੇ ਸਿਮਰ ਬਿਸਾਲੇ। ਸਾਹਿਬਜ਼ਾਦੇ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਮਾਤਾ ਜੀ ਜਿਹੜੇ ਆ ਉਹ ਬੜੇ ਸਾਹਿਬਜ਼ਾਦੇ ਦੇ ਗੁਣਾਂ ਨੂੰ ਯਾਦ ਕਰ ਰਹੇ ਹਨ। ਅਤ ਸੁਨੇਹ ਤੇ ਦ੍ਰਿਗ ਜਲ ਚਾਲੇ। ਬਹੁਤੇ ਪ੍ਰੇਮ ਕਾਰਨ ਮਾਤਾ ਜੀ ਦੇ ਨੇਤਰਾਂ ਚੋਂ ਜਲ ਪਿਆ ਵਹਿੰਦਾ ਹੈ। ਦਾਸੀ ਦਾਸ ਪ੍ਰਕਾਸ਼ਾ ਸ਼ੋਕ। ਇੱਧਰ ਜਿੰਨੇ ਸਿੱਖ ਹੈ ਮਾਈ ਭਾਈ ਸਾਧ ਸੰਗਤ ਦਾਸੀਆਂ ਗੁਰੂ ਘਰ ਦੇ ਸੇਵਕ ਦਾਸ ਸਭ ਦੇ ਹਿਰਦੇ ਅੰਦਰੋਂ ਬੜਾ ਭਾਰੀ ਵਿਰਾਗ ਨੇਤਰਾਂ ਰਾਹੀਂ ਪ੍ਰਗਟ ਹੋ ਰਿਹਾ ਹੈ। ਰੁਦਤ ਬਿਲੋਕਤ ਸੰਗਤ ਲੋਕ। ਸਾਰੀ ਸੰਗਤ ਹੀ ਮਹਾਰਾਜ ਦਾ ਐਸਾ ਜਿਹੜਾ ਹੈ ਚਾਲਾ ਜਾਣ ਕੇ ਸੱਚਖੰਡ ਦਾ ਤੇ ਜਿੰਨੀ ਸੰਗਤ ਮਹਾਰਾਜ ਦੇ ਵਿਵਾਨ ਮਗਰ ਜਾ ਰਹੀ ਹੈ ਸਾਰਿਆਂ ਦੇ ਨੇਤਰਾਂ ਵਿੱਚ ਜਾਲ ਹੈ। ਸਭ ਸੰਗਤ ਵੇਖ ਵੇਖ ਰੋ ਰਹੀ ਹੈ। ਜਿਸ ਥਲ ਕੋ ਤੇ ਲੋਖਰੀ ਨਾਮ। ਫਿਰ ਇਸ ਤਰ੍ਹਾਂ ਉਥੋਂ ਲਾਗੇ ਹੀ ਮਹਾਰਾਜ ਦੇ ਜਿੱਥੇ ਤੰਬੂ ਸੀ ਉਹਦੇ ਲਾਗੇ ਹੀ ਪਰਾਂ ਸਾਧ ਸੰਗਤ ਜੀ ਤਲੋਖਰੀ ਨਾਮ ਦਾ ਪਿੰਡ ਹੈ ਹੁਣ ਤੇ ਉਹ ਤਲੋਖਰੀ ਨਾਮ ਦੇ ਪਿੰਡ ਤੋਂ ਅੱਧਾ ਕੁ ਉਰਾਂ ਸ੍ਰੀ ਬਾਲਾ ਸਾਹਿਬ ਗੁਰਦੁਆਰਾ ਸਾਹਿਬ ਗੁਰਧਾਮ ਹੈ। ਇੱਥੇ ਨਦੀ ਜਮਨਾ ਦੇ ਕੰਢੇ ਤੇ ਉਹਦੇ ਅਸੀਂ ਦਰਸ਼ਨ ਕੀਤੇ ਹੋਏ ਆ ਸਮਾਂ ਪਹਿਲਾਂ ਤੇ ਉਸ ਇੱਥੇ ਹੀ ਮਹਾਰਾਜ ਦਾ ਤੰਬੂ ਸੀ ਲਾਗੇ ਹੀ। ਇੱਥੋਂ ਲਾਗੇ ਫਿਰ ਉਹ ਮਹਾਰਾਜ ਦੇ ਜਿੱਥੇ ਸੰਸਕਾਰ ਕਰਨਾ ਹੈ ਉਥੋਂ ਸੋਹਣਾ ਥਾਂ ਸਿੱਖਾਂ ਨੇ ਸੁਧਾਰਿਆ ਹੈ ਜੀ। ਨਿਕਟ ਵਹਿ ਜਮਨਾ ਅਭਿਰਾਮ। ਜਿੱਥੇ ਨਾਲ ਸੋਹਣੀ ਯਮੁਨਾ ਨਦੀ ਵਹਿੰਦੀ ਹੈ ਉਸ ਪਾਵਨ ਸਥਾਨ ਤੇ ਲਾਗੇ ਯਮੁਨਾ ਦੇ ਮਹਾਰਾਜ ਦਾ ਅੰਤਮ ਸੰਸਕਾਰ ਕਰਨ ਵਾਸਤੇ ਜਗ੍ਹਾ ਵੇਖੀ ਹੈ। ਤਹ ਚੰਦਨ ਕੇ ਭਾਰ ਗਿਰਾਏ। ਸਿੱਖਾਂ ਲਿਆ ਕੇ ਚੰਦਨ ਦੀ ਲੱਕੜ ਦੇ ਭਾਰ ਲੱਕੜਾਂ ਉੱਥੇ ਸਾਰੀਆਂ ਢੋ ਦਿੱਤੀਆਂ ਤੇ ਚਿਖਾ ਚੰਦਨ ਦੀ ਚਿਣੀ ਹੈ। ਤਿਲ ਕ੍ਰਿਤ ਆਦ ਲਿਆਏ ਸਮੁਦਾਏ। ਤੇਲ ਘਿਓ ਇਸ ਤਰ੍ਹਾਂ ਹੋਰ ਸੁਗੰਧੀਦਾਰ ਬੇਅੰਤ ਵਸਤੂਆਂ ਲਿਆਂਦੀਆਂ ਹਨ। ਸ਼ੋਕ ਵਿਸਾਲ ਸਮੇਤ ਬਿਵਾਨ। ਬੜੇ ਸ਼ੋਕ ਦੇ ਸਹਿਤ ਸਿੱਖ ਜਿਹੜੇ ਹੈ ਪਾਤਸ਼ਾਹ ਦਾ ਵਿਮਾਨ ਲਿਆ ਰਹੇ ਹਨ। ਕਰਿਓ ਉਤਾਰਨ ਸੋ ਤਿਸ ਥਾਨ। ਜਿੱਥੇ ਸੰਸਕਾਰ ਕਰਨਾ ਅੰਤਿਮ ਉੱਥੇ ਲਿਆ ਉਹ ਜਿਹੜਾ ਵਿਮਾਨ ਹੈ ਮਹਾਰਾਜ ਦਾ ਉਤਾਰਨਾ ਕੀਤਾ ਹੈ। ਆਦ ਮਸੰਦ ਚਿਖਾ ਰਚ ਕਰਕੇ। ਜਿੰਨੇ ਮਸੰਦ ਸਿਆਣੇ ਸਿੱਖ ਹੈ ਉਹਨਾਂ ਨੇ ਮਹਾਰਾਜ ਦੀ ਚਿਖਾ ਚੰਦਨ ਦੀ ਚਿਣੀ ਹੈ। ਨਾਲ ਸਭ ਪਾਸੇ ਜਪਜੀ ਸਾਹਿਬ ਦਾ ਜਾਪ ਹੋ ਰਿਹਾ ਹੈ। ਸੰਦਲ ਬ੍ਰਿੰਦ ਭਲੀ ਵਿਧ ਕਰਕੇ। ਏਦਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਵਾਸਤੇ ਜਿਹੜਾ ਚੰਦਨ ਆਇਆ ਬਹੁਤ ਭਲੀ ਪ੍ਰਕਾਰ ਚਿਣਿਆ ਗਿਆ ਹੈ ਧਰ ਕੇ ਸੋਹਣੀ ਤਰ੍ਹਾਂ ਦੇ ਨਾਲ। ਪੁਨੁ ਉਪਰ ਸਤਿਗੁਰ ਪੌਢਾਏ। ਉਹਦੇ ਉੱਪਰ ਫੁੱਲਾਂ ਦੀ ਸੇਜਾ ਬਣਾਈ ਗਈ ਹੈ। ਉਹਦੇ ਉੱਪਰ ਬਾਲਾ ਪ੍ਰੀਤਮ ਸਤਿਗੁਰਾਂ ਦਾ ਪਾਵਨ ਪਵਿੱਤਰ ਸਰੀਰ ਸਰੂਪ ਹੈ। ਉਹ ਸੁਭਾਏਮਨ ਚੰਦਨ ਦੀ ਚਿਖਾ ਦੇ ਉੱਪਰ ਪਾਤਸ਼ਾਹ ਦਾ ਸਰੂਪ ਸੁਭਾਏਮਨ ਕੀਤਾ ਹੈ। ਜੋ ਤਿਲ ਕ੍ਰਿਤ ਪਾਈ ਸਮੁਦਾਏ। ਜੌਂ ਤਿਲ ਦੇਸੀ ਘਿਓ ਆਦਿਕ ਫੁੱਲ ਹੋਰ ਕੇਸਰ ਸੁਗੰਧੀਦਾਰ ਵਸਤੂਆਂ ਪਾਈਆਂ ਹਨ। ਲਾਂਬੂ ਤਬ ਲਗਾਏ ਤਤਕਾਲਾ। ਇਸ ਤਰ੍ਹਾਂ ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਲੈ ਗੁਰੂ ਹਰਕ੍ਰਿਸ਼ਨ ਸਾਹਿਬ ਤੱਕ ਅਰਦਾਸ ਬੇਨਤੀ ਕਰ ਤੇ ਚੰਡਾ ਪ੍ਰਚੰਡ ਕੀਤਾ ਗਿਆ ਹੈ। ਅਗਨ ਜਿਹੜੀ ਹੈ ਉਹ ਲੱਕੜਾਂ ਨੂੰ ਦਿੱਤੀ ਹੈ। ਪੁਨਰਪ ਕੀਨ ਸਕ੍ਰਿਆ ਕਪਾਲਾ। ਫਿਰ ਜਿਹੜੀ ਕੋਈ ਹੋਰ ਗੁਰੂ ਘਰ ਦੀ ਕਿਰਿਆ ਮਰਿਆਦਾ ਹੈ ਜਿਵੇਂ ਉਹ ਸੋਹਿਲਾ ਸਾਹਿਬ ਪੜ੍ਹਨਾ ਉਦੋਂ ਪਹਿਲਾਂ ਕੋਈ ਹੋਰ ਬਾਣੀ ਪੜ੍ਹ ਲੈਣੀ
ਉਹ ਸਾਰੀ ਹੀ ਕਿਰਿਆ ਜਿਹੜੀ ਅੰਤਮ ਹੈ ਗੁਰੂ ਮਰਿਆਦਾ ਅਨੁਸਾਰ ਉਹ ਕੀਤੀ ਕਰਵਾਈ ਹੈ। ਮਸਤਕ ਟੇਕ ਸਕਲ ਤਿਸ ਥਾਨ, ਸਭ ਸੰਗਤਾਂ ਮੱਥੇ ਟੇਕ ਰਹੀਆਂ ਮਹਾਰਾਜ ਦੀ ਚਿਖਾ ਤਾਈਂ। ਗਮਨੇ ਜਮਨਾ ਕਰਨ ਸਨਾਨ, ਫਿਰ ਜਮਨਾ ਨਦੀ ਦਾ ਇਸ਼ਨਾਨ ਸਭ ਨੇ ਕੀਤਾ ਹੈ ਜੀ। ਗੁਰ ਕੀਰਤ ਕੋ ਕਰਤ ਉਚਾਰ, ਗੁਰੂ ਕੀ ਵਡਿਆਈ ਸੰਗਤਾਂ ਆਪਸ ਵਿੱਚ ਬੜੀ ਭਾਰੀ ਕਰ ਰਹੀਆਂ ਹਨ। ਬਾਰ ਬਾਰ ਸਿਮਰਤ ਸੁਖਕਾਰ, ਵਾਰ ਸੁੱਖਾਂ ਦੇ ਦਾਤੇ ਬਾਲਾ ਪ੍ਰੀਤਮ ਨੂੰ ਸੰਗਤਾਂ ਯਾਦ ਕਰਦੀਆਂ ਤੇ ਬੜਾ ਸ਼ੋਕ ਪੈਦਾ ਕਰਦੀਆਂ ਹਨ। ਸਭ ਮੱਜਨ ਕਰਕੇ ਚੱਲ ਆਏ, ਇਸ ਤਰ੍ਹਾਂ ਇਸ਼ਨਾਨ ਪਾਣ ਕਰਕੇ ਸਾਰੇ ਪੁਨः ਫੇਰ ਵਾਪਸ ਪਰਤ ਆਏ ਹਨ। ਜਹਾਂ ਬਸਨ ਕੋ ਥਾਨ ਸੁਹਾਏ, ਜਿੱਥੇ ਮਹਾਰਾਜ ਦਾ ਤੰਬੂ ਸਾਹਿਬ ਲੱਗਾ ਹੋਇਆ ਵਸਣ ਦਾ ਪਾਵਨ ਪਵਿੱਤਰ ਸਥਾਨ ਬਣਿਆ ਹੋਇਆ ਸੀ, ਜਿੱਥੇ ਰਾਜੇ ਜੈ ਸਿੰਘ ਦੀਆਂ ਫੌਜਾਂ ਬਹਿੰਦੀਆਂ, ਉੱਥੇ ਸਾਰੀਆਂ ਸੰਗਤਾਂ ਪਰਤ ਆਈਆਂ ਹਨ। ਪੁਰ ਤੇ ਨਰ ਹਜ਼ਾਰ ਹੀ ਆਵੈ, ਜਿਹੜੇ ਨਗਰ ਤੋਂ ਸੰਗਤਾਂ ਰੋਜ਼ ਦੀ ਰੋਜ਼ ਜਾਂ ਇਸੇ ਦਿਨ ਹੀ ਬੇਅੰਤ ਹਜ਼ਾਰਾਂ ਸੰਗਤਾਂ ਸਾਰੇ ਦਿੱਲੀ ਚੋਂ ਜਾਂ ਲਾਗੇ ਦੇ ਇਲਾਕੇ ਚੋਂ ਪਿੰਡਾਂ ਚੋਂ ਆਉਂਦੀਆਂ ਹਨ। ਬੈਠਾ ਗੁਰੂ ਪ੍ਰਸੰਗ ਚਲਾਵੈ, ਤੇ ਮਾਤਾ ਕ੍ਰਿਸ਼ਨ ਕੌਰ ਜੀ ਕੋਲ ਸੰਗਤਾਂ ਆ ਕੇ ਬਹਿੰਦੀਆਂ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਗਰੀਬ ਨਵਾਜ ਦੀ ਬਾਬਤ ਕੋ ਪ੍ਰਸੰਗ ਛੇੜਦੀਆਂ ਹਨ। ਬਾਲਕ ਬਹਿਤੇ ਵੱਡੇ ਨ ਹੋਏ, ਵੇਖੋ ਮਾਤਾ ਜੀ ਤੁਹਾਡੇ ਸਾਹਿਬਜ਼ਾਦੇ ਬਾਲਾ ਪ੍ਰੀਤਮ ਜਿਨ੍ਹਾਂ ਸਭ ਸਿੱਖਾਂ ਨੂੰ ਸੁਖ ਬਖਸ਼ਿਸ਼ ਕੀਤੇ, ਐਸੇ ਸਤਿਗੁਰੂ ਜੀ ਮਹਾਰਾਜ ਬਾਲਕ ਉਮਰ ਦੇ ਵਿੱਚ ਸੱਚਖੰਡ ਚਾਲਾ ਮਾਰ ਗਏ ਹੈ, ਵੱਡੇ ਨਹੀਂ ਹੋਏ, ਛੋਟੀ ਉਮਰ ਵਿੱਚ ਹੀ ਸਾਰੀ ਲੀਲਾ ਸਮੇਟ ਲਈ ਹੈ ਜੀ। ਅਧਿਕ ਅਚੰਭਾ ਸਭ ਹਿਨ ਜੋਏ, ਇਸ ਗੱਲ ਦਾ ਸਾਰੇ ਵੇਖ ਵੇਖ ਕੇ ਬੜਾ ਚੰਭਾ ਮੰਨ ਰਹੇ ਹੈ, ਬੜੇ ਹੈਰਾਨ ਹੋ ਰਹੇ ਹਨ ਜੀ। ਕ੍ਰਿਸ਼ਨ ਕੋਇਰ ਗੁਰ ਜਨਨੀ ਪਾਸ, ਇਸ ਤਰ੍ਹਾਂ ਮਾਤਾ ਜੀ ਦੇ ਮਾਤਾ ਸਤਿਗੁਰਾਂ ਜੀ ਦੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਕੋਲ ਸਭ ਸੰਗਤਾਂ ਆਉਂਦੀਆਂ ਤੇ ਇਦਾਂ ਦੇ ਬਚਨ ਕਰਦੇ ਹਨ। ਕਰਹ ਪ੍ਰੇਮ ਕੇ ਬਾਕ ਪ੍ਰਕਾਸ਼, ਤੇ ਮਾਤਾ ਜੀ ਕੋਲ ਵੀ ਪ੍ਰੇਮ ਦੇ ਪ੍ਰਕਾਸ਼ ਬਚਨ ਹੁੰਦੇ ਆ। ਮਾਤਾ ਜੀ ਵੀ ਜਿਹੜੇ ਆ ਸੰਗਤਾਂ ਦੇ ਨਾਲ ਬਚਨ ਬਿਲਾਸ ਕਰਦੇ ਹਨ। ਮੰਦ ਭਾਗ ਸੰਗਤ ਕੇ ਜਾਣੇ, ਸੰਗਤਾਂ ਕਹਿੰਦੀਆਂ ਵੀ ਮਾਤਾ ਜੀ ਸੰਗਤਾਂ ਦੇ ਮਾੜੇ ਭਾਗ ਹੈ, ਸਾਰੇ ਸਿੱਖਾਂ ਦੇ ਬੜੇ ਮੰਦੇ ਭਾਗ ਹੋ ਗਏ ਜਾਣੇ ਜਾਂਦੇ ਐ। ਜਿਨ ਸਮੀਪ ਤੇ ਗੁਰੂ ਸਿਧਾਨੇ, ਜਿਨ੍ਹਾਂ ਸੰਗਤਾਂ ਦੇ ਕੋਲੋਂ ਐਸੇ ਸੁੱਖਾਂ ਦੇ ਦਾਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਜੀ ਚਲੇ ਗਏ ਹੁਣ, ਵਿਛੋੜਾ ਦੇ ਗਏ ਹੁਣ, ਐਸੇ ਗੁਰਸਿੱਖਾਂ ਦੇ ਬੜੇ ਮੰਦੇ ਭਾਗ ਐ ਉਹ ਜਾਣੇ ਜਾਂਦੇ ਵੀ ਬੜੀ ਭਾਰੀ ਸਿੱਖਾਂ ਤੇ ਮੁਸੀਬਤ ਆ ਪਈ ਹੈ, ਦੁੱਖਾਂ ਦੇ ਪਹਾੜ ਜਾਣੀ ਟੁੱਟ ਪਏ ਹਨ ਜੀ। ਬੂਝਤ ਗੁਰ ਨ ਬਾਰਤਾ ਸਾਰੀ, ਇਸ ਤਰ੍ਹਾਂ ਫਿਰ ਗੁਰੂ ਪਾਤਸ਼ਾਹ ਮਹਾਰਾਜ ਦੀ ਬਾਬਤ ਜਿਹੜੀਆਂ ਸੰਗਤਾਂ ਦੇਰ ਤੋਂ ਪਹੁੰਚੀਆਂ ਸੰਸਕਾਰ ਹੋਏ ਤੋਂ ਬਾਅਦ, ਉਹ ਬਾਲਾ ਪ੍ਰੀਤਮ ਦੀ ਬਾਬਤ ਸੰਗਤਾਂ ਮਾਤਾ ਜੀ ਨੂੰ ਬਚਨ ਪੁੱਛਦੇ ਐ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਸੱਚਖੰਡ ਚਾਲੇ ਦੇ ਕੀ ਕਾਰਨ ਬਣੇ ਹਨ। ਕ੍ਰਿਸ਼ਨ ਕੋਇਰ ਤਿਨ ਪਾਸ ਉਚਾਰੀ, ਤਾਂ ਮਾਤਾ ਜੀ ਉਹਨਾਂ ਸਿੱਖਾਂ ਤੋਂ ਸੁਣ ਕੇ ਨੇਤਰਾਂ 'ਚ ਜਲ ਭਰਦੇ ਐ ਤੇ ਨਾਲ ਬਚਨ ਉਚਾਰਦੇ ਹਨ। ਇਨਕੇ ਪਿਤ ਕੀਰਤ ਪੁਰ ਬਾਸੇ, ਸਾਧ ਸੰਗਤ ਜੀ ਇਹਨਾਂ ਦੇ ਪਿਤਾ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਗਰੀਬ ਨਵਾਜ, ਅਸੀਂ ਸਭ ਪਰਿਵਾਰ ਸਮੇਤ ਜਦੋਂ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਰਹਿੰਦੇ ਸਾਂ, ਮੈਂ ਸੇਵਾ ਠਾਨੀ ਕਰ ਆਸੇ, ਮੈਂ ਬੜੇ ਪ੍ਰਕਾਰ ਦੀ ਸੇਵਾ ਕੀਤੀ। ਮੈਂ ਪੁੱਤਰ ਦੀ ਇੱਛਾ ਰੱਖ ਕੇ ਸਤਿਗੁਰੂ ਹਰਿ ਰਾਏ ਸਾਹਿਬ ਭਾਵੇਂ ਪਤੀ ਸਨ ਕਿ ਪਰਮੇਸ਼ਰ ਮੰਨ ਕੇ ਉਹਨਾਂ ਦੀ ਮੈਂ ਸੇਵਾ ਕੀਤੀ ਤੇ ਸਤਿਗੁਰਾਂ ਦੀ ਮੈਂ ਸੇਵਾ ਕਰਦਿਆਂ ਪੁੱਤਰ ਦੀ ਬੜੀ ਆਸਾ ਰੱਖ ਕੇ ਗਰੀਬ ਨਵਾਜ ਮਹਾਰਾਜ ਦੀ ਸੇਵਾ ਕੀਤੀ ਸੀ। ਭਏ ਪ੍ਰਸੰਨ ਮੋਹਿ ਵਰਦੀਨਾ, ਸਾਡੀ ਸੇਵਾ ਤੋਂ ਗਰੀਬ ਨਵਾਜ ਗੁਰੂ ਹਰਿ ਰਾਏ ਸਾਹਿਬ ਜੀ ਇੱਕ ਦਿਨ ਪ੍ਰਸੰਨ ਹੋਏ, ਜਿਨ੍ਹਾਂ ਨੇ ਫਿਰ ਸਾਨੂੰ ਪੁੱਤਰਵਤੀ ਹੋਣ ਦਾ ਬੜਾ ਭਾਰੀ ਵਰਦਾਨ ਬਖਸ਼ਿਸ਼ ਕੀਤਾ। ਤਬ ਤੇ ਮੈਂ ਗਰਭ ਧਾਰਨ ਕੀਨ, ਉਸੇ ਸਮੇਂ ਤੋਂ ਫਿਰ ਸਤਿਗੁਰੂ ਨਾਨਕ ਦੇਵ ਸਾਹਿਬ ਨੇ ਕਿਰਪਾ ਕੀਤੀ, ਸਤਿਗੁਰਾਂ ਦਾ ਵਰਦਾਨ ਫਲੀਭੂਤ ਹੋਇਆ ਤੇ ਸਾਡੇ ਉਧਰ ਅੰਦਰ ਜਿਹੜੇ ਹੈ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਨਿਵਾਸ ਕੀਤਾ ਜੀ। ਸ਼ਰਾਵਨ ਵਦੀ ਦਿਓਸ ਦਸਮੀ ਕੋ, ਫਿਰ ਸਮਾਂ ਆਇਆ ਤੇ ਸਾਉਣ ਦਾ ਮਹੀਨਾ ਹੈ ਸੀ ਤੇ ਵਦੀ ਜਿਹੜੀ ਹੈ ਉਹ ਦਸਵੀਂ, ਭਾਵ ਵੀ ਜਿਵੇਂ ਸਾਧ ਸੰਗਤ ਜੀ ਸਾਉਣ ਦੇ ਮਹੀਨੇ ਦੀ ਜਿਹੜੀ ਕੋਈ ਦਸਵੀਂ ਬਦੀ ਹੁੰਦੀ ਹੈ, ਉਹ ਜਿਵੇਂ ਜਦੋਂ ਪੁੰਨਿਆਂ ਤੋਂ ਬਾਅਦ ਮੱਸਿਆ ਵਾਲੇ ਪਾਸੇ ਨੂੰ ਚਾਲਾ ਪਾਉਂਦਾ ਹੀ ਨਾ ਥਿੱਤ ਚੰਦਰਮਾ, ਤੇ ਪੁੰਨਿਆਂ ਤੋਂ ਬਾਅਦ ਮੱਸਿਆ ਵਾਲੇ ਪਾਸੇ ਨੂੰ ਜਦੋਂ ਜਾਂਦੀ ਉਹ ਵਧੀ ਪੱਖ ਹੁੰਦਾ, ਜਿਹਨੂੰ ਹਨੇਰ ਪੱਖ ਵੀ। ਪੁਰਾਣੇ ਮਾਈਆਂ ਨੂੰ ਤੇ ਬਜ਼ੁਰਗਾਂ ਨੂੰ ਪਤਾ ਹੁਣ ਨਹੀਂ ਇਹਨਾਂ ਗੱਲਾਂ ਦਾ ਗਿਆਨ ਰਹਿ ਗਿਆ, ਵਧੀ ਕੀ ਹੈ ਸੁਦੀ ਕੀ ਹੈ। ਤਾਂ ਹੀ ਗੁਰੂ ਨਾਨਕ ਸਾਹਿਬ ਦੇ ਪੁਰਬ ਤੋਂ ਫਿਰ ਇੱਥੇ ਲੜੀ ਲੁੜੀ ਜਾਂਦੇ ਸਿੱਖ ਜੀ, ਕਦੋਂ ਮੈਨੂੰ ਪਤਾ ਹੀ ਨਹੀਂ ਵੀ ਵਧੀ ਕਿਹਨੂੰ ਕਹਿੰਦੇ, ਸੁਦੀ ਚੰਦਰਮਾ ਦੀ ਥਿੱਤ ਕਿਹੜੀ ਹੈ। ਉਹ ਕਹਿੰਦੇ ਜੀ ਆਖੇ ਜੀ ਗੁਰੂ ਨਾਨਕ ਸਾਹਿਬ ਦਾ ਤਾਂ ਕੱਤੇ ਦੀ ਪੁੰਨਿਆਂ ਨੂੰ ਅਵਤਾਰ ਹੋਇਆ ਤੇ ਪੁੰਨਿਆਂ ਮੱਘਰ 'ਚ ਆ ਗਈ ਹੈ।
ਉਹ ਪੁੰਨਿਆ ਚਾਹੇ ਮੱਘਰ ਚ ਆ ਜਾਏ, ਪੁੰਨਿਆ ਕੱਤੇ ਦੀ ਹੋਈ ਵੱਜਣੀ ਹੈ, ਕਿਉਂਕਿ ਉਹ ਸੂਰਜ ਦੀ ਥਿੱਤ ਜਿਹੜੀ ਹੈ ਉਹ ਹੋਰ ਹੈ, ਚੰਦਰਮਾ ਦੀ ਥਿੱਤ ਹੋਰ ਹੁੰਦੀ ਹੈ। ਤੋ ਚਲੋ ਰਹੋ ਵਿਚਾਰ। ਗਰੀਬ ਨਵਾਜ ਮਹਾਰਾਜ ਦੇ ਮਾਤਾ ਜੀ ਸਿੱਖਾਂ ਨੂੰ ਦੱਸਦੇ ਵੀ ਸਾਉਣ ਵਦੀ ਦਸਵੀਂ ਨੂੰ ਇਹਨਾਂ ਦਾ ਅਵਤਾਰ ਹੋਇਆ ਜੀ, ਹੁਤੋ ਨਛਤਰ ਪੁਨਰ ਬਸਨੀਕੋ। ਤੇ ਇਸ ਤਰ੍ਹਾਂ ਇਹਨਾਂ ਦਾ ਅਵਤਾਰ ਹੋਇਆ। ਤੇ ਨਛੱਤਰ ਜਿਹੜਾ ਸੀ ਨਾ, ਪੁਨਰਬਸ ਨਾਮੇ ਨਛੱਤਰ ਜਿਹੜਾ ਸੀ ਨਾ, 7ਵਾਂ ਨਛੱਤਰ ਸੀ ਬਾਲਾ ਪ੍ਰੀਤਮ ਦੇ ਅਵਤਾਰ ਦੇ ਸਮੇਂ ਸ਼ੁਭ ਨਛੱਤਰ ਹੈ। ਸੰਮਤ 1713 ਤੇ 1713 ਬਿਕਰਮੀ ਸੰਮਤ ਹੈ ਸੀ। ਸਸ ਸੁਤ ਵਾਰ ਹੁਤੋ ਤਿਸ ਬੇਰਾ। ਤੇ ਬੁੱਧਵਾਰ ਦਾ ਦਿਨ ਹੈ ਸੀ। ਸੱਸ ਸੁਤ ਵਾਰ ਦੇ ਅਰਥ ਐਂ ਕਰ ਲੈਣੇ ਆ, ਸੱਸ ਚੰਦਰਮਾ ਦਾ ਸੁੱਤ ਪੁੱਤਰ, ਚੰਦਰਮਾ ਦਾ ਪੁੱਤਰ ਜਿਹੜਾ ਬੁੱਧ ਮੰਨਿਆ, ਤੇ ਵਾਰ ਤਾਂ ਇੱਥੇ ਲਿਖਿਆ ਹੀ ਆ ਗਿਆ। ਸੱਸ ਸੁੱਤ ਦਾ ਅਰਥ ਹੈ ਬੁੱਧ, ਤੇ ਵਾਰ ਬੁੱਧਵਾਰ ਦਾ ਦਿਨ ਮਾਤਾ ਜੀ ਨੇ ਉਹ ਸਾਰੀ ਤਰੀਕ ਵਾਰ ਯਾਦ ਰੱਖੀ ਹੈ ਤੇ ਸਿੱਖਾਂ ਨੂੰ ਦੱਸੀ ਵੀ ਸਿੱਖੋ ਮਹਾਰਾਜ ਬਾਲਾ ਪ੍ਰੀਤਮ ਦਾ ਅਵਤਾਰ ਹੋਇਆ 1700 ਇਸੇ ਤਰ੍ਹਾਂ 13 ਬਿਕਰਮੀ ਸੰਮਤ ਤੇ ਪੁਨਰਬਸ ਨਛੱਤਰ ਹੈ ਸੀ। ਤੇ ਸੌਣ ਸੁਦੀ ਜਿਹੜੀ ਹੈ ਉਹ ਦਸਵੀਂ। ਗਰੀਬ ਨਵਾਜ ਨੇ ਬੁੱਧਵਾਰ ਦੇ ਦਿਨ ਜਿਹੜਾ ਅਵਤਾਰ ਧਾਰਨਾ ਕੀਤਾ ਹੈ ਸੀ। ਸਾਢੇ ਸਪਤ ਘੜੀ ਦਿਨ ਚਰਿਓ। ਤੇ ਦਿਨ ਜਿਹੜਾ ਸੀ 7.5 ਘੜੀਆਂ ਚੜ ਚੁੱਕਿਆ ਸੀ ਅੰਮ੍ਰਿਤ ਵੇਲੇ ਬਾਅਦ। ਤਬ ਮੁਝ ਤੇ ਇਨ ਜਨਮ ਸੁਧਰਿਓ। ਜਦੋਂ ਸਾਡੇ ਉਧਰ ਤੋਂ ਬਾਲਾ ਪ੍ਰੀਤਮ ਸਤਿਗੁਰਾਂ ਨੇ ਅਵਤਾਰ ਧਾਰਿਆ ਜੀ। ਪ੍ਰਤਪਾਲਾ ਪੁਨ ਕਰਬੇ ਲਾਗੀ। ਬੜੇ ਲਾਡਾਂ ਦੇ ਸਹਿਤ ਅਸੀਂ ਆਪਦੇ ਸਾਹਿਬਜ਼ਾਦੇ ਦੀ ਪ੍ਰਤਪਾਲਣਾ ਕੀਤੀ, ਪਾਲਿਆ ਪੋਸ਼ਿਆ। ਸਭ ਤੇ ਜਾਨ ਆਪ ਵੱਡ ਭਾਗੀ। ਤੇ ਮੈਂ ਸਭ ਤੋਂ ਆਪਦੇ ਆਪ ਨੂੰ ਵੱਡੇ ਭਾਗਾਂ ਵਾਲੀ ਸਮਝਦੀ ਰਹੀ ਵੀ ਮੇਰੇ ਘਰ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਅਵਤਾਰ ਧਾਰਿਆ ਹੈ। ਜਿਮ ਜਿਮ ਦੇਹ ਬ੍ਰਿਧਤ ਮੁਖ ਸੁੰਦਰ। ਜਿਵੇਂ ਜਿਵੇਂ ਸਰੀਰ ਵੱਧਦਾ ਗਿਆ ਉਵੇਂ ਉਵੇਂ ਮੁੱਖ ਮੰਡਲ ਇਹਨਾਂ ਦਾ ਬੜਾ ਸੁੰਦਰ ਹੁੰਦਾ ਗਿਆ। ਧੀਰਜ ਹਿਮਾ ਆਤ ਗੁਣ ਮੰਦਰ। ਜਿਨ੍ਹਾਂ ਵਿੱਚ ਧੀਰਜ ਬੜਾ ਸੀ, ਸਾਡੇ ਸਾਹਿਬਜ਼ਾਦਿਆਂ ਵਿੱਚ ਧੀਰਜ, ਤੇ ਜਿਵੇਂ ਛਿਮਾ ਕਰਦੇ ਨੇ ਕਿਸੇ ਦੇ ਔਗਣ ਵੇਖ ਕੇ, ਤਰਸ ਦੀ, ਦਇਆ ਦੀ, ਮਿਹਰ ਦੀ ਦ੍ਰਿਸ਼ਟੀ ਰੱਖਣੀ, ਇਹੋ ਜਿਹੇ ਸ਼ੁਭ ਗੁਣਾਂ ਦੇ ਤਾਂ ਮਾਨੋ ਮੰਦਰ ਸਨ, ਘਰ ਸਨ। ਤਿਮ ਤਿਮ ਪਿਤ ਸਤਿਗੁਰ ਇਨ ਕੀਰੇ। ਐਸੇ ਸ਼ੁਭ ਗੁਣ ਜਦੋਂ ਇਹਨਾਂ ਦੇ ਪਿਤਾ ਸਤਿਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਵੇਖੇ ਜੀ, ਕਿਰਪਾ ਠਾਨ ਤੇ ਰਹੇ ਵਡੇਰੇ। ਉਹ ਇਹਨਾਂ ਤੇ ਬੜੀ ਕਿਰਪਾ ਕਰਦੇ ਰਹੇ। ਸਾਡੇ ਸਾਹਿਬਜ਼ਾਦੇ 2 ਸਨ, ਭਾਵੇਂ ਵੱਡੇ ਰਾਮ ਰਾਏ ਜੀ ਹੈ, ਪਰ ਇਹਨਾਂ ਤੇ ਡਾਢੀ ਕਿਰਪਾ ਗੁਰੂ ਹਰਿ ਰਾਏ ਸਾਹਿਬ ਦੀ ਰਹੀ ਹੈ ਜੀ। ਜਬ ਤੇ ਰਾਮ ਰਾਏ ਚੱਲ ਆਇਓ। ਜਦੋਂ ਤੋਂ ਰਾਮ ਰਾਏ ਜੀ ਇੱਥੇ ਦਿੱਲੀ ਚੱਲ ਕੇ ਆਏ ਹੋਏ ਹਨ, ਨਿਜ ਕਰ ਤੂਤ ਇਹਾਂ ਬਿਦਤਾਇਓ। ਤੇ ਗੁਰੂ ਹਰਿ ਰਾਏ ਸਾਹਿਬ ਜੀ ਅਥਾਹ ਪ੍ਰੇਮ ਕਰਦੇ ਸੀ ਰਾਮ ਰਾਏ ਜੀ ਨਾਲ ਵੀ, ਇਹਨਾਂ ਨਾਲ ਵੀ। ਪਰ ਬਾਬਾ ਰਾਮ ਰਾਏ ਜੀ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਫਿਰ ਜਦੋਂ ਦਿੱਲੀ ਆਏ, ਔਰੰਗਜ਼ੇਬ ਦੇ ਭੈ ਕਰਕੇ ਇਹਨਾਂ ਨੇ ਜਦੋਂ ਪੰਕਤੀ ਬਦਲ ਦਿੱਤੀ, ਮਿੱਟੀ ਮੁਸਲਮਾਨ ਕੀ ਤੋਂ ਮਿੱਟੀ ਬੇਈਮਾਨ ਕੀ, ਐਸੀ ਭੈੜੀ ਕਰਤੂਤ ਕੀਤੀ ਸੀ। ਖਿਮਾ ਨਾ ਧੀਰਜ ਅਜਰ ਨਾ ਜਨਨ। ਸਤਿਗੁਰੂ ਜਾਣ ਗਏ ਵੀ ਰਾਮ ਰਾਏ ਵਿੱਚ ਖਿਮਾ ਨਹੀਂ ਹੈ, ਨਾ ਖਿਮਾ ਦਾ ਗੁਣ ਹੈ, ਨਾ ਧੀਰਜ ਦਾ ਗੁਣ ਹੈ, ਨਾ ਅਜਰ ਸ਼ਕਤੀਆਂ ਨੂੰ ਜਰਨ ਦਾ ਗੁਣ ਹੈ ਜੀ। ਵੱਡੇ ਗੁਰਨ ਬਚ ਵਿਪਰਹਿ ਕਰਨ। ਤੇ ਮਹਾਰਾਜ ਨੇ ਜਾਣਿਆ ਵੀ ਇਹਨਾਂ ਨੇ ਵੱਡੇ ਸਤਿਗੁਰੂ ਨਾਨਕ ਦੇਵ ਨਿਰੰਕਾਰ ਪਾਤਸ਼ਾਹ ਦੇ ਸ਼ੁਭ ਉਪਦੇਸ਼ ਬਾਣੀ ਦੀ ਪੰਕਤੀ ਪਲਟ ਦਿੱਤੀ ਹੈ, ਵਪਰਜੇ ਕੀਤੇ, ਅਰਥ ਉਲਟ ਕੀਤੇ ਹੈ, ਪੰਕਤੀ ਉਲਟਾ ਦਿੱਤੀ ਹੈ। ਸਕਲ ਬਾਤ ਸੁਨ ਹਿਰਦੈ ਵਿਚਾਰੀ। ਤੇ ਇਸ ਤਰ੍ਹਾਂ ਸਾਰੀ ਰਾਮ ਰਾਏ ਦੀ ਬਾਤ ਦਿੱਲੀ ਦੀਆਂ ਸੰਗਤਾਂ ਤੋਂ ਸੁਣ ਕੇ ਮਨ ਵਿੱਚ ਵਿਚਾਰੀ ਹੈ ਸੀ। ਵੱਡ ਸੁਤ ਨਹਿ ਗਾਦੀ ਅਧਿਕਾਰੀ। ਜਾਣ ਗਏ ਪਾਤਸ਼ਾਹ ਜੀ ਵੀ ਵੱਡੇ ਸਾਹਿਬਜ਼ਾਦੇ ਗੁਰਤਾ ਦੇ ਅਧਿਕਾਰੀ ਨਹੀਂ ਹਨ। ਪੁਨ ਮਮ ਸੁਤ ਪਰ ਕਿਰਪਾ ਵਿਸ਼ੇਸ਼। ਸਾਡੇ ਛੋਟੇ ਸਾਹਿਬਜ਼ਾਦੇ ਬਾਲਾ ਪ੍ਰੀਤਮ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਮਹਾਰਾਜ ਦੀ ਵਿਸ਼ੇਸ਼ ਕਿਰਪਾ ਹੋਈ। ਫਿਰ ਜਾਣਿਓ ਧਾਰ ਹੈ ਭਾਰ ਅਸ਼ੇਸ਼। ਜਾਣ ਲਿਆ ਵੀ ਖਿਮਾ, ਹਿੰਸਾ, ਦਇਆ, ਅੰਮ੍ਰਿਤ ਸ਼ੁਭ ਗੁਣ ਇਹਨਾਂ ਵਿੱਚ ਭਾਰੀ ਹੈ। ਅਜਰ ਸ਼ਕਤੀ ਨੂੰ ਜਰਨ ਦਾ ਭਾਰੀ ਇਹਨਾਂ ਵਿੱਚ ਪ੍ਰਤਾਪ ਗੁਣ ਹੈ। ਇਹ ਧਾਰ ਸਕਦੇ ਹਨ, ਇਹ ਮਹਾਰਾਜ ਨੇ ਜਾਣਿਆ ਜੀ। ਅੰਤ ਸਮਾ ਜਬ ਆਪਨ ਨਿਹਾਰਾ। ਸਤਿਗੁਰਾਂ ਨੇ ਫਿਰ ਜਦੋਂ ਆਪ ਦਾ ਅੰਤਲਾ ਸਮਾਂ ਜਾਣਨਾ ਕੀਤਾ, ਇਨ ਕੋ ਆਪਣੇ ਥਾਨ ਬਿਠਾਰਾ। ਤਾਂ ਬਾਲਾ ਪ੍ਰੀਤਮ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰੂ ਹਰਿ ਰਾਏ ਸਾਹਿਬ ਨੇ ਫਿਰ ਆਪਣੇ ਥਾਂ ਗੁਰੂ ਨਾਨਕ ਸਾਹਿਬ ਦੀ ਗੱਦੀ ਉੱਪਰ 8ਵੇਂ ਥਾਂ ਤੇ ਸਾਧ ਸੰਗਤ ਜੀ ਸੁਭਾਏਮਾਨ ਕੀਤਾ ਹੈ ਸੀ। ਪੰਜ ਬਰਖ 2 ਮਾਸ ਬਿਤਾਏ। ਤੇ ਇਹਨਾਂ ਦੀ ਉਮਰ ਉਦੋਂ 5 ਸਾਲ ਤੇ 2 ਮਹੀਨੇ ਹੈ ਸੀ ਜਦੋਂ ਪਾਤਸ਼ਾਹ ਜੀ ਗੁਰਤਾ ਤੇ ਬੈਠੇ ਸਨ। ਦਿਨ 29 ਬੈਸ ਕੇ ਭਏ। ਤੇ 29 ਸਾਲ 29 ਦਿਨ ਜਿਹੜੇ ਉੱਪਰਲੇ ਪਾਸੇ ਭਾਵ 5 ਇਸੇ ਤਰ੍ਹਾਂ ਸਾਲ
ਤੇ ਉਹ 5 ਸਾਲ 2 ਮਹੀਨੇ 29 ਕੁ ਦਿਨ ਜਾਣੇ ਜਾਂਦੇ ਸਨ। ਸਮਾਂ ਵਿਚਾਰਨ ਕਰ ਕਹਿ ਨੀਕਾ। ਤੇ ਫਿਰ ਸਮਾਂ ਜਦੋਂ ਵਿਚਾਰਿਆ ਵੀ ਸਾਡਾ ਸਮਾਂ ਪੂਰਾ ਹੋ ਚੁੱਕਾ ਹੈ, ਮਮ ਸੁਤ ਕਹੋ ਦੀਨਹੁ ਸ਼ੁਭ ਟੀਕਾ। ਤੇ ਗੁਰੂ ਹਰਿ ਰਾਏ ਸਾਹਿਬ ਨੇ ਸਾਡੇ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਗੁਰਤਾ ਗੱਦੀ ਦਾ ਸ਼ੁਭ ਟਿੱਕਾ ਦਿੱਤਾ। ਉਦੋਂ ਬਾਲਾ ਪ੍ਰੀਤਮ ਸਤਿਗੁਰਾਂ ਦੀ ਉਮਰ 5 ਸਾਲ 2 ਮਹੀਨੇ ਤੇ 29 ਦਿਨ ਹੈ ਸੀ ਜੀ। ਆਪ ਗੁਰੂ ਬੈਕੁੰਠ ਤੇ ਸਿਧਾਏ। ਗੁਰੂ ਹਰਿ ਰਾਏ ਸਾਹਿਬ ਜੀ ਫਿਰ ਉਸ ਸਮੇਂ ਆਪ ਸੱਚਖੰਡ ਚਾਲਾ ਮਾਰ ਗਏ ਸਨ। ਸ੍ਰੀ ਹਰਿ ਕ੍ਰਿਸ਼ਨ ਜੋਤ ਸਭ ਪਾਏ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਸ਼ੁਭ ਜੋਤੀ ਪ੍ਰਾਪਤ ਕੀਤੀ ਜੀ। ਜਗਤ ਬਿਖੈ ਕਸ ਨਾਹੀ ਨ ਛਾਨੀ। ਇਹਨਾਂ ਤੋਂ ਸੰਸਾਰ ਵਿੱਚ ਕੋਈ ਗੱਲ ਛੁਪੀ ਨਹੀਂ ਸੀ, ਐਡੇ ਪ੍ਰਤਾਪੀ ਅੰਤਰਜਾਮੀ ਸਨ। ਜੇ ਸਿੱਖ ਗਿਆਨੀ ਸਭ ਹਿਨ ਜਾਨੀ। ਇਹ ਗੱਲ ਗਿਆਨਵਾਨ ਸਿੱਖਾਂ ਨੇ ਚੰਗੀ ਤਰ੍ਹਾਂ ਭਲੀ ਪ੍ਰਕਾਰ ਜਾਣੀ ਹੈ ਜੀ। ਰਾਮ ਰਾਏ ਮਤਸਰ ਕੋ ਧਾਰ। ਤੇ ਰਾਮ ਰਾਏ ਜੋ ਹੈ ਉਹ ਇਹਨਾਂ ਦੇ ਨਾਲ ਬਹੁਤ ਭਾਰੀ ਈਰਖਾ ਕਰਦਾ ਰਿਹਾ ਹੈ। ਦੂਤੀ ਸਾਹੋ ਸਮੀਪ ਉਚਾਰ। ਤੇ ਰਾਮ ਰਾਏ ਨੇ ਰੰਗਜੇ ਬਾਦਸ਼ਾਹ ਦੇ ਕੋਲ ਇਹਨਾਂ ਦੀ ਬਾਬਤ ਭਾਰੀ ਚੁਗਲੀ ਕੀਤੀ ਸੀ। ਜਿਉ ਕਿਉ ਕਹਿ ਇਹਠਾਂ ਬੁਲਵਾਏ। ਤੇ ਜਿਵੇਂ ਕਿਵੇਂ ਕਹਿ ਕੇ ਰਾਮ ਰਾਏ ਨੇ ਸਾਧ ਸੰਗਤ ਜੀ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਇੱਥੇ ਸਦਵਾਇਆ ਸੀ, ਉਹ ਸਾਰਾ ਹੀ ਕਰਤੂਤ ਰਾਮ ਰਾਏ ਦੀ ਹੈ ਸੀ। ਸਗਰੀ ਸੰਗਤ ਮਿਲੀ ਮਨਾਏ। ਤੇ ਇਹ ਮਹਾਰਾਜ ਫਿਰ ਇੱਥੇ ਆ ਗਏ। ਜਦੋਂ ਬਾਲਾ ਪ੍ਰੀਤਮ ਦਿੱਲੀ ਆ ਗਏ ਤੇ ਸਾਰੀਆਂ ਸੰਗਤਾਂ ਉਹਨਾਂ ਦਾ ਭਰਪੂਰ ਸਵਾਗਤ ਕੀਤਾ, ਇਹਨਾਂ ਨੂੰ ਪੂਜਿਆ, ਰੱਜ ਰੱਜ ਕੇ ਮਨਾਇਆ ਜੀ। ਦੇਖ ਪ੍ਰਭਾਉ ਸ਼ਰਾਪ ਤਬ ਕਹਿਓ। ਪਰ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਦਾ ਪ੍ਰਤਾਪ ਪ੍ਰਭਾਵ ਸੰਗਤਾਂ ਦੇ ਹਿਰਦਿਆਂ ਤੇ ਪੈਂਦਾ ਵੇਖ ਕੇ ਰਾਮ ਰਾਏ ਈਰਖਾ ਕਰਦਾ ਰਿਹਾ। ਈਰਖਾ ਦੇ ਸੜੇ ਹੋਏ ਨੇ ਫਿਰ ਕਈ ਤਰ੍ਹਾਂ ਦੇ ਬਚਨ ਕਹਿ ਦਿੱਤੇ ਸਨ। ਸਮਚਿਤ ਮਮ ਸੁਤ ਸੋ ਸਭ ਸਹਿਓ। ਤੋ ਸਾਡੇ ਸਾਹਿਬਜ਼ਾਦੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਮ ਅਵਸਥਾ ਦੇ ਸਨਗੇ। ਰਾਮ ਰਾਏ ਦੇ ਕਹੇ ਹੋਏ ਬਚਨ ਸਾਰੇ ਚੁੱਪਚਾਪ ਸਹਾਰ ਲਏ ਜੀ। ਦੋਏ ਬਰਖ ਅਰ ਪੰਚ ਮਹੀਨੇ। ਸਾਧ ਸੰਗਤ ਜੀ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ 2 ਸਾਲ ਤੇ 5 ਮਹੀਨੇ ਉੱਪਰ ਦਿਨ 19 ਗੁਰਤਾ ਪਦ ਲੀਨੇ। 19 ਦਿਨ ਇਹ ਗੁਰਤਾ ਗੱਦੀ ਪਰ ਥਿਰੇ ਰਹੇ ਆ ਬਾਲਾ ਪ੍ਰੀਤਮ ਜੀ 2 ਸਾਲ 5 ਮਹੀਨੇ ਤੇ 19 ਦਿਨ ਉੱਪਰ। ਅਬ ਮੋਹ ਕਹੋ ਦੁਖ ਦਾ ਕਰ ਗਏ। ਤੇ ਹੁਣ ਸਾਨੂੰ ਭਾਰੀ ਦੁੱਖ ਪ੍ਰਾਪਤ ਹੋ ਰਿਹਾ। ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਾਡੇ ਸਾਹਿਬਜ਼ਾਦੇ ਚਾਲਾ ਮਾਰ ਗਏ ਸੱਚਖੰਡ ਤਾਈਂ। ਇਸ ਬਾਸੁਰ ਸਿਮਰੋ ਸੁਖ ਛਏ। ਤੋ ਇਸ ਤਰ੍ਹਾਂ ਹੁਣ ਇਸ ਸਮੇਂ ਸਾਡੇ ਸਾਰੇ ਜਿਹੜੇ ਦਿਨ ਰਾਤ ਦੇ ਸੁੱਖ ਸੀ ਨਾ ਉਹ ਛਏ ਹੋ ਗਏ ਆ। ਅਸੀਂ ਹੁਣ ਸਾਰੀ ਉਮਰ ਦਿਨ ਰਾਤ ਉਹਨਾਂ ਨੂੰ ਸਿਮਰਦਿਆਂ ਬਤੀਤ ਕਰਾਂਗੇ। ਇਮ ਕਹਿ ਕ੍ਰਿਸ਼ਨ ਕੋਇਰ ਗੁਰ ਮਾਤਾ। ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰਾਂ ਦੇ ਮਾਤਾ ਸਾਹਿਬ ਮਾਤਾ ਜੀ ਮਾਤਾ ਕ੍ਰਿਸ਼ਨ ਕੌਰ ਜੀ ਬਾਲਾ ਪ੍ਰੀਤਮ ਦੇ ਗੁਣਾਂ ਨੂੰ ਯਾਦ ਕਰਦੇ ਸਾਰੀ ਸੰਗਤ ਨੂੰ ਕਿੰਨੀ ਉਮਰ ਸੀ ਮਹਾਰਾਜ ਦੀ, ਇੱਕ ਇੱਕ ਦਿਨ ਕਦੋਂ ਜਨਮੇ ਸਨ ਅਵਤਰੇ ਸਨ ਤੇ ਕਿੰਨਾ ਸਮਾਂ ਗੁਰਤਾ ਗੱਦੀਪੁਰ ਥਿਰੇ ਰਹੇ, ਉਹ ਸਾਰੇ ਬਚਨ ਸੁਣਾਏ ਹਨ। ਰੁਦਿਤ ਬਿਲੋਚਨ ਤੇ ਜਲ ਜਾਤਾ। ਤੇ ਨਾਲ ਰੋਂਦੇ ਆ ਤੇ ਨੇਤਰਾਂ ਤੋਂ ਜਲ ਨਿਕਲਦਾ ਹੈ। ਸੁਨ ਸੰਗਤ ਬਹੁ ਵਿਆਕੁਲ ਹੋਈ। ਸੁਣ ਕੇ ਮਾਤਾ ਜੀ ਦੇ ਬਚਨਾਂ ਨੂੰ ਸੰਗਤ ਵੀ ਬੜੀ ਵਿਆਕੁਲ ਹੋ ਰਹੀ, ਦੁਖੀ ਹੋ ਰਹੀ ਹੈ। ਧੀਰ ਬੰਧਾਏ ਬੰਧ ਕਰ ਦੋਈ। ਤੇ ਸੰਗਤਾਂ ਬੜੇ ਪ੍ਰੇਮ ਨਾਲ ਮਾਤਾ ਜੀ ਨੂੰ ਧੀਰਜ ਦਿੰਦੀਆਂ ਹਨ। ਹੇ ਮਾਤਾ ਸਭ ਵਿਧ ਸਮਰੱਥ। ਹੇ ਮਾਤਾ ਜੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਤਾਂ ਕੀ ਬਾਤ ਕਰਨੀ। ਸਤਿਗੁਰੂ ਜੀ ਤਾਂ ਸਰਬ ਕਲਾ ਸਮਰੱਥ ਸਨ, ਸਭ ਤਰ੍ਹਾਂ ਨਾਲ ਸਤਿਗੁਰੂ ਜੀ ਪੂਰੇ ਸਨ। ਤਨ ਤਿਆਗਨ ਰਖਨ ਜਿਨ ਹੱਥ। ਉਹ ਮਹਾਰਾਜ ਦਾ ਇਹੀ ਭਾਣਾ ਸੀ, ਚਾਹੁੰਦੇ ਤੇ ਸਰੀਰ ਰੱਖ ਸਕਦੇ ਸਨ, ਸਰੀਰ ਰੱਖਣਾ ਸਰੀਰ ਛੱਡਣਾ ਉਹਨਾਂ ਦੇ ਹੱਥ ਵਿੱਚ ਹੈ। ਕਛੂ ਨ ਕਹਿਬੋ ਤਿਨ ਕੋ ਬਨੈ। ਇਸ ਕਰਕੇ ਉਹਨਾਂ ਦੀ ਬਾਬਤ ਕੋਈ ਸ਼ੰਕਾ ਕੋਈ ਚਿੰਤਾ ਕਰਨੀ ਉਹ ਨਹੀਂ ਬਣਦੀ ਹੈ ਜੀ। ਗੁਰ ਸਰ ਭਾਗ ਸੋ ਅਜਮਤ ਸਨੈ। ਬਾਲਾ ਪ੍ਰੀਤਮ ਸਰਬ ਗਿਆਤੇ ਸਨਗੇ ਤੇ ਬੜੀ ਭਾਰੀ ਕਰਾਮਾਤ ਦੇ ਸੰਯੁਕਤ ਸਨ। ਕਹਾ ਸ਼ੋਕ ਤਿਨ ਕੋ ਅਬ ਕਰੀਐ। ਐਸੇ ਸਤਿਗੁਰਾਂ ਦੇ ਬਾਬਤ ਮਾਤਾ ਜੀ ਹੁਣ ਕੀ ਸ਼ੋਕ ਕਰਨਾ, ਕੀ ਦੁੱਖ ਮਨਾਉਣਾ ਹੈ। ਪਰਮ ਧਾਮ ਨਿਜ ਗਏ ਵਿਚਰੀਐ। ਉਹ ਤਾਂ ਆਪਣੇ ਧਾਮ ਪਰਮ ਧਾਮ ਨੂੰ ਵੱਡੇ ਧਾਮ ਨੂੰ ਭਾਵ ਕੇ ਸੱਚਖੰਡ ਨੂੰ ਗਏ ਚਲੇ ਹਨ। ਮਾਤਾ ਜੀ ਇਹ ਵਿਚਾਰ ਨਾ ਕਰੀਏ ਵੀ ਪਰਮੇਸ਼ਰ ਵੀ ਕਦੀ ਮਰਿਆ ਹੈ। ਤੇ ਇਸ ਕਰਕੇ ਮਾਤਾ ਜੀ ਸਤਿਗੁਰੂ ਪਰਮੇਸ਼ਰ ਸਰੂਪ ਹਨ, ਪਰਮੇਸ਼ਰ ਦਾ ਹੀ ਸਰੂਪ ਹੈ। ਤੋ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਬਾਲਾ ਪ੍ਰੀਤਮ ਨਹੀਂ ਕਿਤੇ ਗਏ, ਸਰੀਰ ਕਰਕੇ ਨਹੀਂ ਦਿਸ ਰਹੇ। ਤੋ ਮਹਾਰਾਜ ਤਾਂ ਸਿਮਰਤੀ ਵਿੱਚ ਸਿੱਖਾਂ ਦੇ ਰਹਿੰਦੇ ਆ। ਮਹਾਰਾਜ ਸਰਬ ਕਲਾ ਸਮਰਾਤਾਂ ਨੂੰ ਜਿੱਥੇ ਕੋਈ ਯਾਦ ਕਰੇ ਉੱਥੇ ਹਾਜ਼ਰ ਹੁੰਦੇ ਰਹੇ ਆ ਤੇ ਹੁੰਦੇ ਰਹਿਣਗੇ ਜੀ। ਰਾਮ ਰਾਏ ਕੇ ਸੀਸ ਕਲੰਕ। ਬਾਕੀ ਰਾਮ ਰਾਏ ਜੋ ਹੈ ਉਹਦੇ ਮੱਥੇ ਕਲੰਕ ਲੱਗ ਚੁੱਕਾ ਹੈ, ਮਹਾਰਾਜ ਦੇ ਨਾਲ ਮੱਥਾ ਲਾ ਕੇ ਗੁਰੂ ਘਰ ਦੇ ਨਾਲ। ਦੇਹ ਕਰ ਤਿਆਗਿਓ ਦੇਹ ਨਿਸ਼ੰਕ। ਉਹ ਸੱਚੇ ਪਾਤਸ਼ਾਹ ਮਹਾਰਾਜ ਨੇ
ਇਸ ਰਾਮ ਰਾਏ ਦੇ ਮੱਥੇ ਤੇ ਕਲੰਕ ਲਾ ਕੇ ਤੇ ਆਪਣਾ ਸਰੀਰ ਛੱਡਿਆ ਹੈ। ਮਸਤਕ ਟੇਕਨ ਹਮਰੋ ਬਨੈ। ਇਸ ਕਰਕੇ ਐਸੇ ਸਤਿਗੁਰਾਂ ਨੂੰ ਤਾਂ ਸਾਡਾ ਮਸਤਕ ਟੇਕਣਾ ਬਣਦਾ ਹੈ, ਸ਼ੀਸ਼ ਝੁਕਾਉਣਾ ਬਣਦਾ ਹੈ ਜੀ। ਬੈਠ ਬੈਠ ਗੁਰ ਕੇ ਗੁਣ ਭਨੈ। ਇਸ ਤਰ੍ਹਾਂ ਖਾਲਸਾ ਜੀ ਸਿੱਖ ਬਹਿ ਬਹਿ ਕੇ ਮਹਾਰਾਜ ਬਾਲਾ ਪ੍ਰੀਤਮ ਦੇ ਭਾਰੀ ਗੁਣਾਂ ਨੂੰ ਯਾਦ ਕਰਦੇ ਹਨ। ਸਦਾ ਸਹਾਇਕ ਜਹ ਕਹਿ ਵੀ ਹੋਏ। ਸਤਿਗੁਰੂ ਜੀ ਤਾਂ ਜਿੱਥੇ ਕਿੱਥੇ ਸਭ ਦੀ ਸਹਾਇਤਾ ਕਰਨ ਵਾਲੇ ਹੁੰਦੇ ਰਹੇ ਤੇ ਅੱਗੇ ਵੀ ਹੁੰਦੇ ਰਹਿਣਗੇ। ਸਿਮਰੇ ਹਾਜ਼ਰ ਸਭ ਦਿਨ ਸੋਏ। ਮਹਾਰਾਜ ਦਿਨੇ ਹੋਵੇ ਰਾਤ ਹੋਵੇ ਜਿੱਥੇ ਕੋਈ ਯਾਦ ਕਰਦਾ ਹੈ ਸਤਿਗੁਰੂ ਉੱਥੇ ਹੀ ਹਾਜ਼ਰ ਹੋ ਜਾਂਦੇ ਆ, ਅੱਗੇ ਵੀ ਹੁੰਦੇ ਰਹਿਣਗੇ। ਕਿਤੇ ਨਹੀਂ ਗਏ ਪਾਤਸ਼ਾਹ ਜੀ, ਪੰਥ ਦੇ ਵਿੱਚ ਸੰਗਤ ਵਿੱਚ ਵਸੇ ਹਨ। ਇਮ ਕਹਿ ਧੀਰਜ ਦੇ ਸਭ ਗਏ। ਇਸ ਤਰ੍ਹਾਂ ਮਾਤਾ ਜੀ ਨੂੰ ਧੀਰਜ ਦੇ ਦੇ ਕੇ ਸਿੱਖ ਜਿਵੇਂ ਜਿਵੇਂ ਵਾਰੀ ਆਉਂਦੀ ਫਿਰ ਯਥਾ ਮਾਤਾ ਜੀ ਨਾਲ ਬਚਨ ਬਲਾਸ ਕਰਕੇ ਘਰਾਂ ਨੂੰ ਮੁੜ ਰਹੇ ਹਨ। ਪੁਰ ਕੀ ਸੰਗਤ ਜੇ ਸਿੱਖ ਆਏ। ਜਿਹੜੇ ਨਗਰ ਦੀ ਦਿੱਲੀ ਦੀ ਸੰਗਤ ਦੇ ਦਿੱਲੀ ਦੀ ਨਗਰ ਦੀ ਸੰਗਤ ਵੀ ਆਈ ਹੋਈ, ਉਹ ਵੀ ਮਹਾਰਾਜ ਦੇ ਮਾਤਾ ਜੀ ਨਾਲ ਬਚਨ ਬਲਾਸ ਕਰ ਕਰਕੇ ਤੇ ਪਿਛਾਂ ਜਿਹੜੇ ਉਹ ਪਰਤ ਰਹੇ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਬਾਲਾ ਪ੍ਰੀਤਮ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਉਹ ਪਾਵਨ ਪਵਿੱਤਰ ਜੀਵਨ ਦੀ ਅੰਮ੍ਰਿਤ ਰੂਪ ਕਥਾ ਜਿਹੜੀ ਉਹ ਸਮਾਪਤ ਹੋਈ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿੱਥੇ ਅੰਤਮ ਸੰਸਕਾਰ ਹੋਇਆ ਉਹ ਪਾਵਨ ਸਥਾਨ ਜਮਨਾ ਦੇ ਕੰਢੇ ਤੇ ਹੈ। ਬਾਲਾ ਸਾਹਿਬ ਉਹਦਾ ਨਾਂ ਹੈ। ਤੋ ਬੰਗਲਾ ਸਾਹਿਬ ਤੋਂ ਕੋਈ 7-8 ਮੀਲ ਦੀ ਦੂਰੀ ਤੇ ਹੈ, ਜਮਨਾ ਦੇ ਕੰਢੇ। ਤੋ ਇਹ ਪਾਵਨ ਪਵਿੱਤਰ ਸਥਾਨ ਸਤਿਗੁਰਾਂ ਦੇ ਅੰਤਮ ਸੰਸਕਾਰ ਪੁਰਦੇਵਰਾ ਸ਼ੁਭਾਈਮਾਨ ਹੈ। ਸਤਿਗੁਰੂ ਬਾਲਾ ਪ੍ਰੀਤਮ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਗਰੀਬ ਨਵਾਜ ਪਾਤਸ਼ਾਹ ਦਾ ਅਵਤਾਰ ਹੋਇਆ 5 ਸਾਲ ਤੇ ਇਸ ਤਰ੍ਹਾਂ ਸਾਧ ਸੰਗਤ ਜੀ 2 ਮਹੀਨੇ ਤੇ 29 ਕੁ ਦਿਨ ਉਮਰ ਸੀ ਮਹਾਰਾਜ ਦੀ ਜਦੋਂ ਪਾਤਸ਼ਾਹ ਜੀ ਨੂੰ ਗੁਰਤਾ ਸਿੰਘਾਸਨ ਪ੍ਰਾਪਤ ਹੋਇਆ। ਤੇ 2 ਸਾਲ ਤੇ ਤਕਰੀਬਨ ਸਾਧ ਸੰਗਤ ਜੀ ਕੁਝ ਦਿਨ ਜਿਵੇਂ 2 ਸਾਲ ਤੇ ਕੋ ਮਸਾਂ 3 ਕੁ ਦਿਨ ਇਹਨਾਂ ਸਮਾਂ ਆਪ ਜੀ ਗੁਰਤਾ ਗੱਦੀ ਪੁਰ ਸੁਭਾਇਮਾਨ ਰਹੇ। ਸੋ ਫਿਰ ਗਰੀਬ ਨਵਾਜ ਮਹਾਰਾਜ ਜੀ ਸੱਚਖੰਡ ਚਾਲਾ ਮਾਰਿਆ। ਉਸ ਸਮੇਂ ਆਪ ਜੀ ਦਾ ਉਮਰਾ ਜੋ ਹੈ ਉਹ 7 ਸਾਲ 8 ਮਹੀਨੇ ਤੇ 18 ਦਿਨ ਦੇ ਲਗਭਗ ਮਹਾਰਾਜ ਦੀ ਉਮਰ ਹੈ ਸੀ ਜਦੋਂ ਬਾਲਾ ਪ੍ਰੀਤਮ ਜੀ ਸੱਚਖੰਡ ਨੂੰ ਚਾਲਾ ਮਾਰਦੇ ਹਨਗੇ। ਉਹ ਗਰੀਬ ਨਵਾਜ ਮਹਾਰਾਜ ਦੀ ਪਾਵਨ ਪਵਿੱਤਰ ਅੰਮ੍ਰਿਤ ਰੂਪ ਕਥਾ ਉਹ ਸਭ ਸੰਗਤਾਂ ਦੇ ਹਿਰਦੇ ਸੁਭਾਇਮਾਨ ਹੋਏ। ਸਤਿਗੁਰੂ ਪਾਤਸ਼ਾਹ ਜੀ ਰਾਜਾ ਜੈ ਸਿੰਘ ਦੇ ਘਰ ਰਹੇ, ਜਿੱਥੇ ਸ੍ਰੀ ਬੰਗਲਾ ਸਾਹਿਬ ਦਾ ਪਾਵਨ ਪਵਿੱਤਰ ਸਥਾਨ ਉਹ ਰਾਜੇ ਜੈ ਸਿੰਘ ਦਾ ਬੰਗਲਾ ਹੈ ਸੀ। ਸ੍ਰੀ ਪੰਜੋਖਰਾ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਥਾਨ ਹੈ, ਜਿੱਥੇ ਪਾਤਸ਼ਾਹ ਨੇ ਗੂੰਗੇ ਪਾਸੋਂ ਅਰਥ ਕਰਾਏ ਤੇ ਹੱਥੀ ਨਿਸ਼ਾਨ ਸਾਹਿਬ ਮਹਾਰਾਜ ਜੀ ਸੁਭਾਇਮਾਨ ਕਰਕੇ ਗਏ ਸਨਗੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਸਿੱਖਾਂ ਦੇ ਹਿਰਦਿਆਂ ਅੰਦਰ ਬੇਅੰਤ ਕਰਾਮਾਤਾਂ ਬੇਅੰਤ ਦਾਤਾਂ ਬਖਸ਼ਿਸ਼ ਕਰ ਕਰਕੇ ਗਏ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੀਵਨ ਪ੍ਰਸੰਗ ਸਭ ਸੰਗਤਾਂ ਦੇ ਹਿਰਦੇ ਵਿੱਚ ਵਸਣ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ, ਹੋਈਆਂ ਭੁੱਲਾਂ ਦੀਖੇ ਮੈਂ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪਹਿ ਮੇਲੇ। ਸਦਾ ਸਹਾਇਕ ਜਹ ਕਹਿ ਹੋਏ, ਸਿਮਰੇ ਹਾਜ਼ਰ ਸਭ ਦਿਨ ਸੋਏ। ਇਮ ਕਹਿ ਧੀਰਜ ਦੇ ਸਭ ਗਏ, ਪੁਰ ਕੀ ਸੰਗਤ ਜੇ ਸਿੱਖ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।